ਅੱਜ ਆਪਾਂ 523 ਅੰਗ ਤੋਂ ਗਿਆਨ ਸ਼ੁਰੂ ਕਰ ਰਹੇ ਹਾਂ ਜੀ। ਇਹ ਜਿਹੜੀ ਗੌੜੀ ਰਾਗ ਦੇ ਵਿੱਚ ਆਪਾਂ ਵਾਰ ਲੈ ਰਹੇ ਹਾਂ ਪੰਜਵੀਂ ਪਾਤਸ਼ਾਹੀ ਦੀ, ਉਹਦੀ 18ਵੀਂ ਪੌੜੀ ਲੈ ਰਹੇ ਹਾਂ ਆਪਾਂ। 17 ਆਪਾਂ ਨਿਕਾਲੀਆਂ ਸੀਗੀਆਂ, ਕੱਲ 17ਵੀਂ ਕੀਤੀ ਸੀ, ਅੱਜ 18ਵੀਂ ਲੈ ਰਹੇ ਹਾਂ। ਅੰਗ 523। संगत जी इकट्ठी आ गई जी, एक सेकंड। गोरकी साहब वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह। निजर साहब साध संगत जी वाहिगुरू जी का खालसा वाहिगुरू जी की फतेह। ਆਪਾਂ ਕੱਲ ਜਿਹੜੀ ਵਾਰ ਸੀਗੀ ਉਹਦੀ 17ਵੀਂ ਪੌੜੀ ਲਈ ਸੀ, ਅੱਜ 18ਵੀਂ ਲੈ ਰਹੇ ਹਾਂ। ਅੰਗ 523 ਪੰਜਵੀਂ ਪਾਤਸ਼ਾਹੀ ਦੀ ਵਾਰ ਗੌੜੀ ਰਾਗ ਦੇ ਵਿੱਚ। ਸ਼ਲੋਕ ਮਹੱਲਾ ਪੰਜਵਾਂ। ਕਾਮ ਕ੍ਰੋਧ ਮਦ ਲੋਭ ਮੋਹ। ਇਹ ਜਨਰਲ ਆਪਾਂ ਕਹਿੰਦੇ ਉਹਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ। ਇਹ ਤੇ ਹੰਕਾਰ ਨੂੰ ਮਹਾਰਾਜ ਨੇ ਵਿੱਚ ਰੱਖਤਾ, ਮਦ ਕਹਿਤਾ ਉਹਨੂੰ। ਕਾਮ ਕ੍ਰੋਧ ਮਦ ਲੋਭ ਮੋਹ ਦੁਸ਼ਟ ਵਾਸਨਾ ਨਿਵਾਰ। ਕਹਿੰਦੇ ਇਹ ਦੁਸ਼ਟ ਆ, ਤੇਰੇ ਅੰਦਰ ਜਿਹੜੀਆਂ ਹੈਗੀਆਂ ਵਾਸਨਾਵਾਂ ਹੈਗੀਆਂ, ਇਹ ਭੋਗਾਂ ਦੀਆਂ ਪਦਾਰਥਾਂ ਦੀਆਂ, ਇਹ ਦੁਸ਼ਟ ਹੈਗੀਆਂ, ਇਹ ਤੈਨੂੰ ਨੁਕਸਾਨ ਪਹੁੰਚਾ ਰਹੀਆਂ ਹੈ। ਕਾਮ ਕ੍ਰੋਧ ਮਦ ਲੋਭ ਮੋਹ ਦੁਸ਼ਟ ਵਾਸਨਾ ਨਿਵਾਰ। ਇਹਨਾਂ ਨੂੰ ਦੂਰ ਕਰ ਪਾਏ। ਰਾਖ ਲਿਓ ਪ੍ਰਭ ਆਪਣੇ ਨਾਨਕ ਬਲ ਹੈ ਸਦ ਬਲਿਹਾਰ। ਇਹ ਜਿਹੜਾ ਹੈਗਾ, ਹੁਣ ਮੈਂ ਇੱਕ ਲਾਈਨ ਉੱਪਰਲੀ ਪੜ੍ਹੀ ਸੀ ਤੇ ਮੈਂ ਕਿਹਾ ਵੀ ਦੁਸ਼ਟ ਵਾਸਨਾ ਨਿਵਾਰ, ਬਈ ਮੈਂ ਨਿਵਾਰਨਾ ਇਹਨਾਂ ਨੂੰ, ਬਈ ਇਹਨਾਂ ਨੂੰ ਦੂਰ ਕਰ। ਨਾ ਬਈ ਨਾ, ਇਹ ਬੇਨਤੀ ਹੈ ਮਾਲਕ ਪਰਮਾਤਮਾ ਦੇ ਕੋਲ। ਦੂਸਰੀ ਲਾਈਨ ਪੜ੍ਹੀ ਤੇ ਪਤਾ ਲੱਗਿਆ, ਰਾਖ ਲਿਓ ਪ੍ਰਭ ਆਪਣੇ ਨਾਨਕ ਸਦ ਬਲਿਹਾਰ। ਉਹ ਮਾਲਕ ਪਰਮਾਤਮਾ ਉਹਨੂੰ ਕਹਿ ਰਿਹਾ, ਹੇ ਮੇਰੇ ਮਾਲਕਾ, ਆਪਣੇ ਮੇਰੇ ਆ ਮੇਰੀ ਪ੍ਰੋਬਲਮ ਆ, ਮੈਨੂੰ ਰੱਖ ਲਾ। ਇਹ ਕਾਮ ਕ੍ਰੋਧ ਮਦ ਲੋਭ ਮੋਹ ਦੁਸ਼ਟ ਵਾਸਨਾ ਤੋਂ ਮੈਨੂੰ ਬਚਾ। ਮੈਂ ਇਹਨਾਂ 'ਚ ਛੁਟਕਾਰਾ ਪਾਉਣਾ ਚਾਹੁੰਦਾ ਹੈ। ਮੈਂ ਤੇਰੇ ਕੋਲ ਆਉਣਾ ਚਾਹੁੰਦਾ ਹੈ। ਮੈਂ ਸੱਚ ਦੇ ਨਾਲ ਜੁੜਨਾ ਚਾਹੁੰਦਾ ਹੈ। ਮੈਂ ਸੱਚ ਦੀ ਕਮਾਈ ਕਰਨਾ ਚਾਹੁੰਦਾ ਹੈ। ਰਾਖ ਲਿਓ ਪ੍ਰਭ ਆਪਣੇ। ਸੁਖਜੀਤ ਜੀ ਤੁਹਾਡਾ ਜਿਹੜਾ ਮਾਈਕ ਜਿਹੜਾ ਡਿਸਟਰਬ ਕਰ ਰਿਹਾ ਜੀ, ਦੇਖੋ ਖੁੱਲ੍ਹਾ। ਸੁਖਜੀਤ ਜੀ, ਰਾਖ ਲਿਓ ਪ੍ਰਭ ਆਪਣੇ ਨਾਨਕ ਸਦ ਬਲਿਹਾਰ। ਮਾਲਕਾ, ਮੈਂ ਤਾਂ ਹਮੇਸ਼ਾ ਤੇਰੇ ਤੋਂ ਬਲਿਹਾਰ ਜਾਵਾਂ ਜੇ ਤੂੰ ਮੈਨੂੰ ਜਿਹੜਾ ਹੈਗਾ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਜਿਹੜਾ ਹੈਗਾ ਇਹਨਾਂ ਤੋਂ ਬਚਾ ਲਏਗਾ। ਮੈਨੂੰ ਵਿਧੀ ਦੱਸ ਦੇਗਾ, ਮੈਨੂੰ ਇਹਨਾਂ ਚੋਂ ਜਿਹੜਾ ਹੈਗਾ ਨਿਕਲਣ ਦਾ ਰਸਤਾ ਦੱਸ ਦੇਗਾ। ਮੇਰੇ ਉੱਤੇ ਕਿਰਪਾ ਕਰ, ਹੇ ਮੇਰੇ ਮਾਲਕਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਸਾਧ ਸੰਗਤ ਜੀ ਦੇਖੋ ਬਾਣੀ 'ਚ ਸਮਝਾ ਰਹੇ ਨੇ ਗੁਨਾਹ ਤੋਂ ਮੈਨੂੰ ਮੁਕਤ ਕਰਾਓ। ਨਿਜਰ ਸਾਹਿਬ ਅੰਗ ਨੰਬਰ ਕਿੰਨਾ ਹੈ? ਅੰਗ 522 ਹੈ। 523। ਤੁਹਾਡੀ ਆਵਾਜ਼ ਸਹੀ ਨਹੀਂ ਆ ਰਹੀ ਗੁਰਕੀ ਸਾਹਿਬ, ਮਿਊਟ ਹੋ ਰਹੀ ਹੈ ਆਵਾਜ਼। ਤੇ ਮੇਰੇ ਵੱਲੋਂ ਮਿਊਟ ਹੋ ਰਹੀ ਹੈ? ਹਾਂਜੀ ਹਾਂਜੀ। ਜਾਂ ਤੁਹਾਡੇ ਵੱਲੋਂ? ਸੰਗਤ ਜੀ ਮੇਰੇ ਵੱਲੋਂ ਆਵਾਜ਼ ਆ ਰਹੀ ਹੈ ਕਿ ਜਾਂ ਨਿਜਰ ਸਾਹਿਬ ਵੱਲੋਂ ਪ੍ਰੋਬਲਮ ਆ ਰਹੀ? ਚਲੋ ਇੱਕ ਸੈਕਿੰਡ। ਵੀਰ ਜੀ ਵੱਡੇ ਵੀਰ ਵੱਲੋਂ ਆ ਰਹੀ ਆ, ਨਿਜਰ ਸਾਹਿਬ ਵੱਲੋਂ। ਹਾਂਜੀ ਹੁਣ ਨਿਜਰ ਸਾਹਿਬ ਵੱਲੋਂ ਆ ਜੀ। ਮੇਰੇ ਵੱਲੋਂ ਹੁਣ ਹਾਂਜੀ। ਫਿਰ ਮੈਂ ਦੁਬਾਰਾ ਆ ਜਾਣਾ ਜੀ। ਗੁਰਕੀ ਸਾਹਿਬ ਤੁਸੀਂ ਇੱਕ ਵਾਰੀ ਜੁਆਇਨ। ਹਾਂ ਕੋਈ ਨਹੀਂ, ਆਪ ਇੱਕ ਵਾਰੀ ਜੁਆਇਨ ਕਰੋ, ਕੋਈ ਗੱਲ ਨਹੀਂ, ਮੈਂ ਵੇਟ ਕਰਦਾ। ਓਕੇ ਜੀ।
ਹਾਂਜੀ ਹੁਣ ਦੇਖੋ ਜੀ। ਹੈਲੋ ਹਾਂਜੀ ਹੁਣ ਆ ਰਹੀ ਮੇਰੀ ਆਵਾਜ਼? ਹਾਂਜੀ ठीक है निजर साहब ठीक है। ओके जी। तो बस बोले दोबारा, मेरी आवाज फिर खराब है कि उदा दी है? नहीं ठीक है। श्लोक महला पंजवा। काम क्रोध मद लोभ मोह दुष्ट वासना निवार। ਇਹ ਜਿਹੜੇ ਹੈਗੇ ਮਹਾਰਾਜ ਪੰਜਵੀਂ ਪਾਤਸ਼ਾਹੀ ਅਭਿਆਸੀ ਜਿਹੜੇ ਹੈ ਜਿਹੜੇ ਪਰਮੇਸ਼ਰ ਦੇ ਰਸਤੇ 'ਤੇ ਤੁਰਨਾ ਚਾਹੁੰਦੇ ਆ, ਉਹਨਾਂ ਦੀ ਜਿਹੜੀ ਹੈਗੀ ਬੇਨਤੀ ਹੈਗੀ ਉਸ ਮਾਲਕ ਪਰਮਾਤਮਾ ਨੂੰ, ਬਈ ਹੇ ਮਾਲਕਾ, ਇਹ ਕਾਮ क्रोध और अहंकार मद लोभ लालच मोह दुष्ट वासना ਕਹਿੰਦੀ ਜਿਹੜੀ ਹੈਗੀ ਇਹ ਦੁਸ਼ਟ ਹੈ ਔਰ ਵਾਸਨਾਵਾਂ ਹੈਗੀਆਂ। ਇਹੀ ਜਿਹੜੇ ਹੈਗੇ ਵਿਚਾਰ ਹੈਗੇ ਆ ਔਰ ਇਹੀ ਜਿਹੜੀ ਹੈਗੀਆਂ ਆਪਾਂ ਨੂੰ ਮਾਇਆ ਦੀਆਂ ਖਿੱਚਾਂ ਹੈਗੀਆਂ। ਇਹਨਾਂ ਨੂੰ ਨਿਵਾਰ। ਹਾਂਜੀ ਬਿਲकुल। ਹਾਂਜੀ ਹਾਂਜੀ बिल्कुल ठीक है जी। साध संगत जी देखो, एक चीज आपने नोट की होगी, बाणी दे विच बार बार इस गल का जिक्र आउंदा है कि जिहड़े औगण ने उन्हां दा कुछ कीता जावे, परमानेंट कीता जावे, क्योंकि माड़ा मोटा जिहड़ा करना है उत्ते मैं बिलीव नहीं करता, बिल्कुल नहीं करता। मैं चाहुंदा कि सामने वो चीज आवे, तुहाडी अखां दे सामने होवे, तुसीं इधर बैठे हो ते मजा तां आउंदा वा कि तुहाडे चित्त दे विच तरांगना पैदा होवे, वो चीज सामने होवे तुहाडे, केवल गल्लां नहीं। क्योंकि बाणी भी कहंदी गल्ली जोग ना होई, गल्ली जोग नहीं होना। ते जे गल्लां दे विच अपने आप नूं खुश करना है तो फिर ते संसार जो चलदा पिया उतो तुरे जाइए, फिर ते कोई गल ही नहीं। फिर तो कड़छियां हैगियां गोरखी साहब, फिर स्वाद भी नहीं आएगा, मजा नहीं आउंदा गेम दा। गेम दा मजा तो तां वा कि चीज सामने होवे ते अंदर तरंग ना पैदा होवे। पैसा सामने पिया होवे, किसे दा रूप किसे दा सामने पिया होवे, सामने होवे सब कुछ, सारी हालात बने होना, पर अंदर तरंग ना पैदा होवे, फिर मजा आउंदा। फिर कबीर साहब जी चैलेंज है थोड़ी करन दे, मन निर्मल भया जैसे गंगा नीर, पाछे लागे हर फिरे कैद कबीर कबीर। कबीर जी एवं नहीं चैलेंज कर रहे हो, कबीर जी उसे बैठे ने, उस सुख नूं उस आनंद नूं हंडा रहे ने, ताइयों तो संसार की माया नूं वेंदे भी नहीं पे, उदा ही पई। वो कहंदे नक तो मुंडी कानों काटी, इदां दा कुछ तुक बोलदे ने। मैं कीता है नाको काटी कानों काटी काट कूट के डारी। और चैलेंज कर रहे ने कि सामने माया दा पूरा प्रताप है, पर मजाल है कि अंदर कोई हलचल पैदा हो जाए, अंदर कोई औगण प्रगट हो जाए। इन्नी पवित्रता इन्नी निर्मलता अंदर आ चुकी है कि संसार दे विच हुण खिच नहीं है, संसार विश्राम च चल गया। किथे चल गया? अपने मूल स्रोत दे विच। देखो जिहड़े लोग तुहानूं कहंदे ने कि अपने आप नूं रोक लो, वो ठीक है, बच्चे लेवल का ज्ञान है, छोटे बच्चे लेवल का ज्ञान माड़ा नहीं है, पर बाणी च इह कहंदी आ कि तेनों कुछ करन दी लोड़ ना पवे, सब कुछ रुक जावे। ये उदों रुकूगा जदों मन सहज अवस्था च आ गया, मन निर्मल पिया, मन निर्मल हो गया, अंदर की मलीनता खत्म हो गई, क्योंकि मन मैले ते सब कुछ मैला, मन जो मैला है तो फिर सारा कुछ मलीन हो जाना है। मलीन तो भाव तुसी पूजा की वो भी मलीन हो गई, तुसी किसी दी सेवा की वो भी मलीन हो गई, तुसी दान किया वो भी मलीन हो गया,
ਤੁਸੀਂ ਕਿਸੇ ਦੀ ਸੇਵਾ ਕਰਦੇ ਪਏ, ਭਾਵੇਂ ਜਿਸ ਵੀ ਮਰਜ਼ੀ ਰੂਪ 'ਚ ਬੈਠੇ ਜੋ, ਉੱਥੇ ਮਲੀਨਤਾ ਆ ਜਾਏਗੀ। ਕਿਉਂਕਿ ਜਿਹੜਾ ਬਰਤਨ ਹੈ, ਜਿਹਦੇ ਵਿੱਚੋਂ ਕੰਮ ਹੋਣਾ ਹੈ, ਜਿਹਦੇ ਵਿੱਚ ਇਹ ਚੀਜ਼ ਪੈਣੀ ਹੈ, ਉਹ ਮਲੀਨ ਹੈ। ਔਰ ਉਹਨੂੰ ਪਵਿੱਤਰ ਕਰਨਾ ਹੈ ਮੇਨ ਕੰਮ। ਇਹ ਜਿਹੜਾ ਧਾਰਮਿਕ ਸਥਾਨਾਂ ਤੇ ਮੱਥਾ ਮੁੱਥਾ ਟੇਕ ਆਉਣਾ, ਇਹ ਪਾਠ ਪੂਠ ਪੜ੍ਹਨਾ, ਇਹ ਬੱਚੇ ਲੈਵਲ ਦਾ ਗਿਆਨ ਠੀਕ ਹੈ, ਛੋਟੇ ਛੋਟੇ ਬੱਚਿਆਂ ਲਈ ਠੀਕ ਹੈ। ਪਰ ਜਦੋਂ ਤੁਸੀਂ ਉੱਚ ਕੋਟੀ ਦਾ ਗਿਆਨ ਪ੍ਰਾਪਤ ਕਰਨਾ ਹੈ, ਜਿੱਥੇ ਆਤਮਾ ਹੈ, ਮੈਂ ਨਿਰਗੁਣ ਬ੍ਰਹਮ ਦੀ ਗੱਲ ਕਰਦਾ ਹਾਂ, ਕੋਈ ਛੋਟਾ ਮੋਟਾ ਗਿਆਨ ਨਹੀਂ, ਬਿਲਕੁਲ ਨਹੀਂ। ਜਿੱਥੇ ਸ੍ਰਿਸ਼ਟੀ ਦੇ ਮਾਲਕ ਦੇ ਨਾਲ ਆਮੋ ਸਾਹਮਣੇ ਹੋਣਾ ਹੈ, ਅੱਖਾਂ 'ਚ ਅੱਖਾਂ ਪੈਣੀਆਂ ਉਹਦੇ ਨਾਲ। ਉਧਰੋਂ ਬੈਠਾ, ਇੱਧਰੋਂ ਆਪਾਂ ਬੈਠੇ ਹਾਂ, ਇੱਕ ਦੂਜੇ ਨੂੰ ਦੇਖਦੇ ਪਏ ਹਾਂ। ਉਸ ਲੈਵਲ ਤੇ ਪਹੁੰਚਾਂਗੇ ਤੇ ਤਾਂ ਗੱਲ ਬਣੇਗੀ। ਫਿਰ ਬਾਣੀ ਕਹਿੰਦੀ ਆ, ਉਸ ਚੀਜ਼ ਨੂੰ ਤਸਦੀਕ ਕਰਦੀ ਹੈ, ਜਿਨ੍ਹਾਂ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਤੇ ਕੀਤੀ ਛੁੱਟੀ ਨਾਲ। ਫਿਰ ਉਹ ਜਿਨ੍ਹਾਂ ਜੀਵਨ ਦੇ ਵਿੱਚ ਉਸ ਮੁਕਾਮ ਨੂੰ ਹਾਸਲ ਕੀਤਾ, ਇਹ ਪ੍ਰਮਾਤਮਾ ਦੀ ਬਣਾਈ ਹੋਈ ਮਾਇਆ ਉਹਦੀ ਛਾਤੀ ਚੀਰ ਕੇ ਵਿੱਚੋਂ ਦੀ ਲੰਘ ਗਿਆ ਕੋਈ ਜੀਵ। ਉੱਥੇ ਬਾਣੀ ਕਹਿੰਦੀ ਹੈ ਕੋਈ ਵਿਰਲਾ ਜਾਂਦਾ ਹੈ। ਇੱਥੇ ਬ੍ਰਹਮਾ, ਵਿਸ਼ਨੂੰ, ਮਹੇਸ਼ ਇਹ ਵੀ ਨਹੀਂ ਜਾ ਸਕਦੇ ਉੱਥੇ, ਪਰ ਉੱਥੇ ਕੋਈ ਜੀਵ ਚਲਾ ਗਿਆ, ਜਿਉਂਦੇ ਜੀ ਚਲਾ ਗਿਆ, ਆਪ ਮੁਕਤ ਹੋਇਆ। ਫਿਰ ਉਹਨੇ ਮੁਕਤ ਸੰਸਾਰ ਕੀਤਾ। ਉਹਨੇ ਇੱਕ ਬ੍ਰਹਿਮੰਡ ਦੇ ਵਿੱਚ ਇੱਕ ਐਸਾ ਹੋਲ ਤਿਆਰ ਕਰ ਦਿੱਤਾ, ਉਹ ਆਪ ਤੇ ਨੰਗਿਆ ਹੀ ਨੰਗਿਆ। ਫਿਰ ਪੁਲ ਬਣਾ ਗਿਆ। ਜਦੋਂ ਪੁਲ ਬਣਾਈਦਾ ਨਾ, ਪਹਿਲਾਂ ਵੀ ਵਿਚਾਰ ਹੋਈ, ਇੱਕ ਬੰਦੇ ਨੂੰ ਮਿਹਨਤ ਕਰਨੀ ਪੈਂਦੀ ਹੈ, ਫਿਰ ਉਹ ਪੁਲ ਬਣਾਉਂਦਾ ਹੈ। ਫਿਰ ਦੂਜੇ ਜੇ ਰਕਸ਼ੇ ਵਾਲੇ ਨੂੰ, ਟਾਂਗੇ ਵਾਲੇ ਨੂੰ, ਟਰੱਕ ਵਾਲੇ ਨੂੰ ਕੋਈ ਮਿਹਨਤ ਕਰਨ ਦੀ ਲੋੜ ਨਹੀਂ, ਉਹਨੇ ਤੇ ਕੇਵਲ ਪੁਲ ਦਾ ਪ੍ਰਯੋਗ ਕਰਨਾ ਹੈ। ਇੱਕ ਨੂੰ ਮਿਹਨਤ ਕਰਨੀ ਪੈਣੀ ਹੈ। ਨਿੱਜਾ ਸਾਹਿਬ ਜਿਹਨੇ ਪਾਣੀ ਦੀ ਧਾਰਾ ਦੇ ਵਿੱਚ ਕੰਮ ਕਰਨਾ ਹੈ, ਕੰਸਟਰਕਸ਼ਨ ਕਰਨੀ ਹੈ, ਔਰ ਉਸ ਚੀਜ਼ ਤੇ ਟਾਈਮ ਲੱਗਣਾ। ਜਦੋਂ ਇੱਕ ਵਾਰੀ ਪੁਲ ਬਣ ਗਿਆ, ਫਿਰ ਤੇ ਲੋਕਾਂ ਲਈ ਤੇ ਨਜ਼ਾਰੇ ਆ ਨਿੱਜਰ ਸਾਹਿਬ। ਬਿਲਕੁਲ, ਫਿਰ ਤੇ ਬਹੁਤ ਈਜ਼ੀ ਜੌਬ ਹੋ ਗਈ। ਫਿਰ ਤੇ ਤੁਸੀਂ ਬਸ ਉੱਥੇ ਆਪਣਾ ਚੱਲੀ ਜਾਓ ਤੇ ਲੰਘੀ ਜਾਓ। ਕੋਈ ਤੁਹਾਨੂੰ ਓਨੀ ਮਿਹਨਤ ਕਰਨ ਦੀ ਲੋੜ ਥੋੜੀ ਨਿੱਜਰ ਸਾਹਿਬ। ਨਾ ਬਿਲਕੁਲ ਨਹੀਂ। ਆਪਾਂ ਨੂੰ ਤਾਂ ਦੇਖੋ ਪੱਕੀ ਪਕਾਈ ਜਿਹੜੀ ਹੈਗੀ ਆ ਬ੍ਰਹਮ ਗਿਆਨ ਜਿਹੜਾ ਮਿਲ ਰਿਹਾ ਆਪਾਂ ਨੂੰ, ਆਪਾਂ ਲੈ ਲਈਏ ਤੇ ਨਿਕਲ ਜਾਈਏ ਪੁਲ ਤੋਂ। ਹਾਂ, ਆਪਾਂ ਤੇ ਲੰਘ ਜਾਈਏ। ਹੁਣ ਸਾਨੂੰ ਲੰਘਣਾ ਜਿਹੜਾ ਵਾ ਉਹ ਵੀ ਕੋਈ ਜੇ ਕਵੇ ਕਿ ਮੈਂ ਤੁਹਾਡੇ ਲਈ ਲੰਘ ਜਾਵਾਂ, ਤੇ ਉਹ ਤੇ ਫਿਰ ਸਾਡੇ ਲਈ ਤੇ ਸ਼ਰਮ ਵਾਲੀ ਗੱਲ ਹੈ ਨਾ। ਕਿਉਂਕਿ ਲੋਕੀ ਕਹਿ ਦਿੰਦੇ ਨੇ ਕਿ ਤੁਹਾਨੂੰ ਕੀ ਲੋੜ ਵੀ ਕਰਨ ਦੀ, ਅਸੀਂ ਬ੍ਰਹਮ ਗਿਆਨੀ ਆ, ਅਸੀਂ ਮੁਕਤ ਹੋ ਗਏ ਆ, ਤੁਹਾਨੂੰ ਵੀ ਨਾਲ ਕਰਾਂਗੇ ਮੁਕਤ। ਬਾਣੀ 'ਚ ਵੀ ਲਿਖਿਆ ਆਪ ਮੁਕਤ ਕਰੇ ਸੰਸਾਰਾ। ਉਹ ਮੁਕਤ ਕਰੇ ਸੰਸਾਰ ਦਾ ਮਤਲਬ ਇਹ ਨਹੀਂ ਕਿ ਤੁਹਾਡੀ ਪੜ੍ਹਾਈ ਉਹਨੇ ਕਰ ਲੈਣੀ ਆ, ਤੁਹਾਡੀ ਪੜ੍ਹਾਈ ਤੁਹਾਨੂੰ ਕਰਨੀ ਪੈਣੀ ਆ। ਪਰ ਜੇ ਕੋਈ ਕਵੇ ਕਿ ਤੁਹਾਨੂੰ ਲੋੜ ਹੀ ਨਹੀਂ ਸਕੂਲ 'ਚ ਜਾਣ ਦੀ, ਤੁਹਾਡੇ ਹਿੱਸੇ ਦਾ ਮੈਂ ਵੀ ਸਬਕ ਪੜ੍ਹ ਲਾਂਗਾ, ਤੇ ਫਿਰ ਸਾਨੂੰ ਸ਼ਰਮ ਹੋਣੀ ਚਾਹੀਦੀ ਹੈ। ਉਹ ਤਾਂ ਮੁਕਤ ਕਰੇ, ਬੰਦੇ ਦੀਆਂ ਗੱਲਾਂ ਤੇ ਵਿਸ਼ਵਾਸ ਕਰੀਏ ਨਿੱਜਰ ਸਾਹਿਬ। ਹਾਂਜੀ, ਉਹ ਤਾਂ ਮੁਕਤ ਕਰੇ ਸੰਸਾਰਾ। ਉਹ ਤਾਂ ਜਿਹੜਾ ਹੈਗਾ ਪੁਲ ਤੋਂ ਲੰਘੇਗਾ ਭਾਈ, ਪੁਲ ਬਣਾਤਾ ਹੈ ਹੁਣ ਲੰਘ ਜਾਓ। ਪਰ ਲੋਕੀ ਏਦਾਂ ਨਹੀਂ ਨਾ ਮੰਨਦੇ। ਲੋਕੀ ਸੋਚਦੇ ਕਿ ਚਲ ਬਾਬਾ ਜੀ ਲੰਘੇ ਨੇ ਤੇ ਸਾਨੂੰ ਆਪਣੇ ਆਪ ਹੀ ਲੈ ਜਾਣਗੇ, ਕਿਸ਼ਤੀ ਤੇ ਬਹਾ ਗਏ ਆਪਣੀ ਤੇ। ਨਾ ਦੇਖੋ, ਨਕਲੀ ਗਿਆਨ ਨੇ ਤੁਹਾਡੇ ਅੰਦਰ ਔਗਣ ਨੂੰ ਖਤਮ ਨਹੀਂ ਜੇ ਕਰਨਾ। ਹਾਂ, ਔਗਣ ਨੱਪਣ ਦੇ ਲਈ ਉਹ ਤੁਹਾਨੂੰ ਪ੍ਰੇਰਨਾ ਕਰ ਸਕਦੇ ਨੇ, ਪ੍ਰੇਰਿਤ ਕਰਨਗੇ, ਕਹਿਣਗੇ ਕਿ ਏਦਾਂ ਜੀ ਇਹਨਾਂ ਚੀਜ਼ਾਂ ਨੂੰ ਨੱਪੋ। ਪਰ ਨੱਪਣ ਦੇ ਨਾਲ ਚੀਜ਼ ਨਹੀਂ ਜੇ ਖਤਮ ਹੁੰਦੀ। ਇਸ ਚੀਜ਼ ਨੂੰ ਖਤਮ ਕਰਨ ਦੇ ਲਈ ਤੁਹਾਡੇ ਕੋਲ ਆਤਮ ਗਿਆਨ ਚਾਹੀਦਾ। ਤੇ ਆਤਮ ਗਿਆਨ ਦੇ ਲਈ 3 ਚੀਜ਼ਾਂ ਨੇ: ਗਿਆਨ ਮਾਰਗ, ਕਰਮ ਮਾਰਗ ਤੇ ਭਗਤੀ ਮਾਰਗ। ਇਹਦੇ ਲਈ ਆਪਾਂ ਨੂੰ ਪਹਿਲਾਂ ਸਮਝਣਾ ਜ਼ਰੂਰੀ ਹੈ ਗਿਆਨ ਕੀ ਹੈ, ਕਰਮ ਕੀ ਹੈ ਤੇ ਭਗਤੀ ਕੀ ਹੈ। ਇਹਦੇ ਚ ਮੈਂ ਕਹਿੰਦਾ ਵਾ ਕਿ ਗਿਆਨ ਨੂੰ ਛੱਡ ਦੋ ਤੇ ਕਰਮ ਨੂੰ ਛੱਡ ਦੋ, ਸਭ ਤੋਂ ਪਹਿਲਾਂ ਭਗਤੀ ਵੱਲ ਚੱਲੀਏ। ਕਿਉਂਕਿ ਇਹ ਭਗਤੀ ਹੀ ਇੱਕ ਐਸਾ ਮਾਰਗ ਹੈ ਜਿਹਨੇ ਗਿਆਨ ਤੇ ਕਰਮ ਨੂੰ ਦੋਨਾਂ ਨੂੰ ਸਹੀ ਕਰ ਦੇਣਾ। ਗਿਆਨ ਉਹਨਾਂ ਚਿਰ ਤੱਕ ਪੈਦਾ ਨਹੀਂ ਹੋਣਾ ਜਿੰਨਾ ਚਿਰ ਤੱਕ ਮਨ ਨਿਰਮਲ ਨਹੀਂ ਹੁੰਦਾ। ਕਿਉਂਕਿ ਮਨ ਦਾ ਮਤਲਬ ਹੈ ਦਰਪਣ। ਬਾਣੀ ਚ ਵੀ ਕਿਹਾ ਕਿ ਇਹ ਮਨ ਆਰਸੀ ਕੋਈ ਵਿਰਲਾ ਵੇਖੇ। ਇਹ ਮਨ ਸ਼ੀਸ਼ਾ ਹੈ। ਸ਼ੀਸ਼ਾ ਹੈ ਮਤਲਬ ਮਨ ਆਪਣੇ ਕੋਲੋਂ ਕੁਛ ਨਹੀਂ ਜੇ ਬਣਾਉਂਦਾ। ਮਨ ਤੇ ਦਰਪਣ ਹੈ। ਤੁਸੀਂ ਉਹਦੇ ਤੇ ਜਿਹੜੀ ਵੀ ਤਸਵੀਰ ਪਾਓਗੇ ਨਿੱਜਰ ਸਾਹਿਬ, ਤਸਵੀਰ ਉਹਨੇ ਪ੍ਰਗਟ ਕਰ ਦੇਣੀ ਆ। ਉਹਦਾ ਤੇ ਕੰਮ ਹੈ ਪ੍ਰਗਟ ਕਰਨਾ। ਹੁਣ ਇਹ ਜਿਹੜੀ ਅੰਦਰ ਜੋ ਵੀ ਗੜਬੜ ਹੈ
ਉਹ ਸ਼ੀਸ਼ੇ ਤੱਕ ਨਾ ਪਹੁੰਚੇ, ਉਹਦੇ ਲਈ ਭਗਤੀ ਕਰਨੀ ਆ। ਬਿਲਕੁਲ। ਔਰ ਆਪਾਂ ਜਿਹੜੇ ਹੈਗੇ ਗੁਰਕੀ ਸਾਹਿਬ ਦੂਸਰਿਆਂ ਦੇ ਸ਼ੀਸ਼ੇ ਦੇਖਦੇ ਆ, ਆਪਣਾ ਦੇਖਦੇ ਹੀ ਨਹੀਂ ਆ। ਹਾਂ, ਆਪਣਾ ਤੇ ਪਤਾ ਨਹੀਂ ਹੈ ਬੰਦੇ ਨੂੰ ਕਿ ਮੈਂ ਇੰਨਾ, ਮੇਰਾ ਸ਼ੀਸ਼ਾ ਕਿੱਦਾਂ ਦਾ। ਹਾਂ, ਉਹ ਜਦੋਂ ਦੂਜੇ ਦਾ ਸ਼ੀਸ਼ਾ ਵੇਖਣ 'ਚ ਮਜ਼ਾ ਬੜਾ ਆਉਂਦਾ ਨਾ, ਤੇ ਕਮੈਂਟ ਕਰਨ 'ਚ ਬੜਾ ਸਵਾਦ ਆਉਂਦਾ ਹੈ। ਕਹਿੰਦਾ ਕਿ ਦੂਜੇ ਘਰ ਲੱਗੀ ਹੋਵੇ ਤੇ ਤਮਾਸ਼ਾ, ਤੇ ਆਪਣੇ ਘਰ ਲੱਗੀ ਹੋਵੇ ਤੇ ਅੱਗ, ਲੜਾਈ। ਬਿਲਕੁਲ। ਤੇ ਉਹ ਜਦੋਂ ਸੂਈ ਆਪਣੇ ਤੇ ਆ ਜਾਂਦੀ ਹੈ, ਫਿਰ ਤੇ ਬੰਦੇ ਨੂੰ ਪਤਾ ਲੱਗਦਾ ਨਹੀਂ, ਭੱਜਣਾ ਕਹਿਣੂਗਾ। ਸੋ ਇਹ ਚੀਜ਼ ਹੈਗੀ ਹੈ। ਇੱਥੇ ਦੇਖੀਏ ਬਾਣੀ 'ਚ ਵੀ ਉਹਨਾਂ ਨੇ ਕਿਹਾ ਹੈ ਕਿ ਇਹਨਾਂ ਨੂੰ ਨੱਪਣਾ ਨਹੀਂ, ਹਸਾਉਂਦਿਆਂ, ਖਿਲਾਉਂਦਿਆਂ, ਨਚਾਉਂਦਿਆਂ। ਬਾਣੀ ਕਹਿੰਦੀ ਕਿ ਸਾਰੇ ਜ਼ਿੰਦਗੀ ਦੇ ਰਸ ਵੀ ਮਾਨਣੇ ਨੇ, ਪਰ ਇਹਨਾਂ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਆਪਣੇ ਆਪ ਨੂੰ ਮੁਕਤ ਕਰਨਾ ਹੈ। ਐਸਾ ਗਿਆਨ ਚਾਹੀਦਾ ਹੈ। ਕੋਈ ਇਹ ਥੋੜੀ ਸੰਸਾਰ ਤੋਂ ਭੱਜ ਜਾਣਾ ਹੈ। ਰਾਜੇ ਜਨਕ ਵਾਲਾ ਜੀਵਨ ਕਹਿੰਦੇ ਨੇ, ਉਹ ਰਹਿਣਾ ਸੰਸਾਰ 'ਚ ਹੀ, ਪਰ ਇਹਦੇ ਵਿੱਚ ਰਹਿੰਦਿਆਂ ਹੋਇਆਂ ਵੀ ਆਪਣੀ ਜੌਬ ਵੀ ਕਰ ਲੈਣੀ ਤੇ ਜੀਵਨ ਦਾ ਆਨੰਦ ਵੀ ਲੈ ਲੈਣਾ। ਠੀਕ ਹੈ ਜੀ। ਬਿਲਕੁਲ। ਹਾਂਜੀ, ਆਪ ਤੋਂ ਦੁਬਾਰਾ ਬੋਲ ਦਿਓ। ਕਾਮ ਕ੍ਰੋਧ ਮਦ ਲੋਭ ਮੋਹ ਦੁਸ਼ਟ ਵਾਸਨਾ ਨਿਵਾਰ, ਰਾਖ ਲਿਓ ਪ੍ਰਭ ਆਪਣੇ ਨਾਨਕ ਸਦ ਬਲਿਹਾਰ। ਕਹਿੰਦੇ ਇਹ ਮੇਰੇ ਮਾਲਕਾ ਮੈਨੂੰ ਰੱਖ, ਮੈਂ ਤੇਰਾ ਆ, ਮੈਂ ਤੇਰੇ ਤੋਂ ਬਲਿਹਾਰ ਜਾਵਾਂ, ਮੈਨੂੰ ਰੱਖ। ਹਾਂਜੀ ਵੀਰ ਜੀ। ਠੀਕ ਹੈ ਜੀ। ਮੈਂ ਕਹਿੰਦੇ ਕਿ ਕਾਮ ਆ, ਕ੍ਰੋਧ ਆ, ਲੋਭ ਆ, ਮੋਹ ਆ, ਹੰਕਾਰ ਦੀ ਜਿਹੜੀ ਮੇਰੇ ਅੰਦਰ ਵਾਸਨਾ ਹੈ, ਮੇਰੇ ਪਿਤਾ ਉਹਨੂੰ ਦੂਰ ਕਰ। ਉਹਨੂੰ ਦੂਰ ਕਰਨ ਦਾ ਮਤਲਬ ਹੈ ਕਿ ਮੈਨੂੰ ਇਹ ਤੋਂ ਮੁਕਤੀ ਦਿਵਾ, ਕਿਉਂਕਿ ਇਸ ਤੋਂ ਮੈਂ ਮੁਕਤੀ ਪ੍ਰਾਪਤ ਨਹੀਂ ਕਰ ਸਕਦਾ। ਇਸ ਚੀਜ਼ ਦੇ ਬਾਰੇ ਆਪ ਜੀ ਨੇ ਪਹਿਲਾਂ ਵੀ ਵਿਚਾਰ ਕੀਤੀ ਸੀ ਕਿ ਇਹਨਾਂ ਔਗਣਾਂ ਤੋਂ ਆਪਾਂ ਮੁਕਤ ਨਹੀਂ ਹੋ ਸਕਦੇ, ਕਿਉਂਕਿ ਇਹ ਜਿਹੜੇ ਔਗਣ ਹੈ ਇਹ ਪ੍ਰਕਿਰਤੀ ਦੇ ਔਗਣ ਨੇ। ਜਿੱਦਾਂ ਮਤਲਬ ਇਹ ਜੋ ਵੀ ਕੁਝ ਹੈਗਾ ਹੈ, ਇਹ ਸਾਰਾ ਕੁਝ ਇਹ ਜਿਹੜੇ ਪੰਜ ਤੱਤ ਆ ਉਹਨਾਂ ਦੇ ਵਿੱਚ ਹੈ। ਜਿੱਦਾਂ ਅਗਨੀ ਕ੍ਰੋਧ ਨੂੰ ਪੈਦਾ ਕਰਦੀ ਹੈ, ਜਲ ਲੋਭ ਨੂੰ ਪੈਦਾ ਕਰਦਾ ਹੈ, ਹਵਾ ਕਾਮ ਨੂੰ ਪੈਦਾ ਕਰਦੀ ਹੈ, ਧਰਤੀ ਹੰਕਾਰ ਨੂੰ ਪੈਦਾ ਕਰਦੀ ਹੈ, ਤੇ ਆਕਾਸ਼ ਜਿਹੜਾ ਹੈ ਮੋਹ ਨੂੰ ਪੈਦਾ ਕਰਦਾ ਹੈ। ਇਹਨਾਂ ਤੋਂ ਬਣੇ ਆਪਾਂ। ਇਸ ਕਰਕੇ ਜਿਹੜੀ ਚੀਜ਼ ਤੋਂ ਆਪਾਂ ਬਣੇ ਹੋਈਏ ਉਸ ਤੋਂ ਮੁਕਤ ਹੋਣਾ ਆਸਾਨ ਨਹੀਂ। ਉਹਦੇ ਲਈ ਹੋਰ ਵਿਧੀ ਹੈਗੀ ਆ। ਉਹਦੇ ਲਈ ਹੈ ਕਿ ਸਾਡੇ ਕੋਲ ਇੱਕ ਆਪਸ਼ਨ ਹੈਗਾ ਹੈ। ਇਹ ਬ੍ਰਹਮ ਜਦੋਂ ਤਿਆਰ ਹੋਇਆ, ਦੇਖੋ ਜਦੋਂ ਵੀ ਤਿਆਰ ਹੋਇਆ, ਮੈਨੂੰ ਤਾਂ ਪਤਾ ਨਹੀਂ ਕਦੋਂ ਤਿਆਰ ਹੋਇਆ, ਚਲੋ ਆਪਾਂ ਗੱਲ ਨੂੰ ਸਮਝਾਉਣਾ ਹੈ। ਇਹ ਗੱਲ ਕਰਨ ਦਾ ਤਰੀਕਾ ਹੀ ਉਹ ਆ ਕਿ ਜਦੋਂ ਬ੍ਰਹਮ ਤਿਆਰ ਕੀਤਾ ਹੈ, ਪਾਰ ਬ੍ਰਹਮ ਨੇ, ਆਪ ਪਰਮਾਤਮਾ ਨੇ, ਤੇ ਫਿਰ ਇੱਕ ਕਲਾਉਜ਼ ਰੱਖੀ ਆ ਕਿ ਜਿਹੜਾ ਤੇਰੀ ਸ਼ਰਨ ਚ ਆ ਜਾਏਗਾ ਉਹ ਮੁਕਤ ਹੋ ਜਾਏਗਾ। ਹੋਰ ਕੋਈ ਤਰੀਕਾ ਨਹੀਂ ਹੈਗਾ ਨਿਜਰ ਸਾਹਿਬ। ਬਿਲਕੁਲ। ਹੋਰ ਕੋਈ ਵੀ ਤਰੀਕਾ ਨਹੀਂ। ਜੋ ਵੀ ਤੇਰੀ ਸ਼ਰਨ ਚ ਆਵੇਗਾ ਉਹੀ ਮੁਕਤ ਹੋ ਜਾਏਗਾ। ਬਿਲਕੁਲ ਸਹੀ ਗੱਲ। ਹੁਣ ਇਹ ਜਿਹੜੀ ਗੱਲ ਭੇਦਦੀ ਹੈ, ਹੁਣ ਸ਼ਰਨ ਤੋਂ ਭਾਵ ਹੈ ਕਿ ਕਿਸੇ ਨੇ ਕਹਿ ਦੇਣਾ ਜਾਓ ਗੁਰਦੁਆਰੇ ਚੱਲ ਜਾਓ, ਕਿਸੇ ਨੇ ਕਹਿਣਾ ਜੋ ਵੀ ਹਿੰਦੂ ਹੈਗਾ ਤਾਂ ਉਹਨੇ ਕਹਿਣਾ ਮੰਦਿਰ 'ਚ ਜਾਓ, ਜੇ ਮੁਸਲਮਾਨ ਹੈਗਾ ਤਾਂ ਉਹਨੇ ਕਹਿਣਾ ਉੱਥੇ ਕਾਬੇ ਚੱਲ ਜਾ, ਮੱਕੇ ਮਦੀਨੇ ਚੱਲ ਜਾ। ਪਰ ਇੱਥੇ ਸ਼ਰਨ 'ਚ ਜਾਣ ਤੋਂ ਭਾਵ ਹੈ ਆਤਮਾ ਦੀ ਸ਼ਰਨ। ਭਗਤੀ ਹੈ। ਭਗਤੀ ਦੇ ਰਾਹੀਂ ਉੱਥੇ ਪਹੁੰਚਣਾ ਹੈ। ਫਿਰ ਅੰਦਰੋਂ ਨਿਜਰ ਸਾਹਿਬ, ਫਿਰ ਸਾਡੀ ਜੜ ਚੋਂ ਉਹ ਚੀਜ਼ ਉੱਡਦੀ ਆ। ਉਹ ਤਾਂ ਉੱਡਦੀ ਨਹੀਂ, ਉਹ ਨਹੀਂ ਉੱਡਦੀ। ਬਿਲਕੁਲ ਸਹੀ ਹੈ ਜੀ। ਹੁਣ ਕਾਮ ਦੀ ਗੱਲ ਕਰਦੇ ਆ ਆਪਾਂ। ਤੁਸੀਂ ਸਾਰੇ ਸਿਆਣੇ ਜੋ ਵੱਡੇ ਜੋ ਮੇਰੇ ਤੋਂ, ਚਲੋ ਕੋਈ ਹੋ ਸਕਦਾ ਇੱਕ ਦੋ ਮੇਰੇ ਤੋਂ ਛੋਟੇ ਵੀ ਹੋਣ, ਪਰ ਕਾਮ ਇੱਕ ਐਸੀ ਪਾਵਰਫੁਲ ਚੀਜ਼ ਹੈ ਜਿੱਥੋਂ ਸ੍ਰਿਸ਼ਟੀ ਬਣ ਰਹੀ ਹੈ, ਜਿੱਥੋਂ ਜੀਵ ਪੈਦਾ ਹੋ ਰਿਹਾ। ਹੁਣ ਸਾਹਮਣੇ ਤੁਹਾਡੇ ਰੂਪ ਆ ਗਿਆ, ਜੇ ਤੇ ਤੁਹਾਡੇ ਪੱਲੇ ਹੈਗਾ ਅੰਦਰ ਤੇ ਫਿਰ ਗੱਲ ਬਣੂਗੀ, ਨਹੀਂ ਤੇ ਚਿੱਤ 'ਚ ਤਰੰਗ ਪੈਦਾ ਹੋ ਜਾਣੀ ਹੈ ਨਿਜਰ ਸਾਹਿਬ। ਇੱਥੇ ਤੇ ਮਤਲਬ ਇਹੋ ਹੀ ਆ ਕਿ ਗਿਆਨ ਜਿਹੜਾ ਅਸਲੀ ਚਾਹੀਦਾ ਹੈ। ਨਕਲੀ ਗਿਆਨ ਤੇ ਬਿਲਕੁਲ ਕੰਮ ਨਹੀਂ ਕਰੂਗਾ। ਹਾਂ, ਜੇ ਆਪਣੇ ਆਪ ਨੂੰ ਧੋਖਾ ਦੇਣਾ ਹੈ ਉਹ ਗੱਲ ਵੱਖਰੀ ਹੈ ਕਿ ਹਾਂ ਠੀਕ ਹੈ ਜੀ, ਮੈਂ ਭਗਤੀ ਕਰਦਾ, ਮੈਂ ਪਾਠ ਪੜ੍ਹਦਾ, ਮੈਂ ਫਲਾਨਾ ਤੇ ਮੈਂ ਟਿਮਕਾਂ। ਪਰ ਅਸਲੀ ਗੱਲ ਤੇ ਨਿਜਰ ਸਾਹਿਬ, ਜਿੱਥੇ ਇਮਤਿਹਾਨ ਹੋਣਾ ਨਾ, ਉੱਥੇ ਅੱਖਾਂ ਬੰਦ ਕਰਨ ਦੇ ਨਾਲ ਗੱਲ ਨਹੀਂ ਜਬਾਨੀ। ਉੱਥੇ ਤੇ ਇਮਤਿਹਾਨ ਤੇ ਪ੍ਰੋਪਰਲੀ ਦੇਣਾ ਪੈਣਾ। ਉਹ ਗੱਲ ਯਾਦ ਜੇ ਉੱਥੇ ਉਹ ਜਦੋਂ ਤਿੰਨ ਸੰਤ ਇਕੱਠੇ ਹੋਏ ਸੀ, ਪਹਿਲਾ ਸੰਤ ਵੀ ਸੀ, ਉਹ ਕਹਿੰਦਾ ਬੰਦ ਕਰੋ, ਦੂਜਾ ਸੰਤ ਕਹਿੰਦਾ ਵੀ ਬੰਦ ਕਰੋ, ਤੀਜਾ ਕਹਿੰਦਾ ਮੈਂ ਤੇ ਆਖਰ ਤੱਕ ਦੇਖਾਂਗਾ, ਕਿਉਂਕਿ ਉਹਨੇ ਅੰਦਰੋਂ ਜਾਣ ਲਿਆ ਸੀ। ਅਸੀਂ ਵੀ ਜੇਕਰ ਅੰਦਰੋਂ ਉਹ ਚੀਜ਼ ਨੂੰ ਜਾਣਦੇ ਹਾਂ ਤੇ ਫਿਰ ਵੀ ਗੱਲ ਬਣਦੀ ਹੈ, ਉਹ ਤਾਂ ਨਹੀਂ ਗੱਲ ਬਣਦੀ। ਐਸੇ ਕਰਕੇ ਬਾਣੀ ਚ ਕਿਹਾ ਕਾਮ ਕ੍ਰੋਧ ਲੋਭ ਮੋਹ ਦੁਸ਼ਟ ਵਾਸਨਾ ਨਿਵਾਰ, ਮੈਨੂੰ ਇਹਨਾਂ ਤੋਂ ਮੁਕਤੀ ਦਿਵਾਓ, ਰਾਖ ਲਿਓ ਪ੍ਰਭ ਆਪਣੇ ਨਾਨਕ ਸਭ ਸਦ ਬਲਿਹਾਰ।
ਲਖਵੀਰ ਜੀ ਮੈਨੂੰ ਤੁਹਾਡਾ ਰੱਖੋ, ਕੈਮਰਾ ਨਾ ਮੇਰੀ ਰੱਖਿਆ ਘੁਮਾਓ। ਕਰੋ। ਹਾਂਜੀ ਲਖਵੀਰ ਜੀ ਕੈਮਰਾ ਨਾ ਘੁਮਾਓ, ਤੁਹਾਡਾ ਬੰਦ ਕਰ ਦਿਓ ਕੈਮਰਾ ਪਲੀਜ਼ ਲਖਵੀਰ। ਹਾਂਜੀ ਠੀਕ ਹੈ ਨਿੱਜਰ ਸਾਹਿਬ, ਅੱਗੇ ਬੋਲੋ ਜੀ। ਹਾਂ, ਅਗਲਾ ਸ਼ਲੋਕ ਆ ਗਿਆ ਮਹੱਲਾ ਪੰਜਵਾਂ। ਖਾਂਦਿਆਂ ਖਾਂਦਿਆਂ ਮੂੰਹ ਘਟਾ ਇਕੱਠਾ ਪਹਿਨਦਿਆਂ ਸਭ ਅੰਗ। ਕਹਿੰਦੇ ਖਾਂਦੇ ਖਾਂਦੇ ਜਿਹੜਾ ਹੈਗਾ ਮੂੰਹ ਜਿਹੜਾ ਹੈਗਾ ਘਿਸ ਗਿਆ, ਔਰ ਪਹਿਨਦੇ ਪਹਿਨਦੇ ਸਾਰੇ ਜਿਹੜੇ ਹੈਗੇ ਅੰਗ ਜਿਹੜੇ ਹੈਗੇ ਉਹ ਜਿਹੜੇ ਹੈਗੇ ਕਮਜ਼ੋਰ ਹੋ ਗਏ। ਪਰ ਨਾਨਕ ਤ੍ਰਿਗ ਤਿਨਾਂ ਦਾ ਜੀਵਿਆ, ਜਿਨ ਸੱਚੇ ਨਾ ਲੱਗੋ ਰੰਗ। ਕਹਿੰਦੇ ਧਿਕਾਰਿਆ ਵੀ ਤੇਰੀ ਉਮਰ ਐਂਡ ਦੇ ਉੱਤੇ ਆ ਗਈ ਆ, ਤੇਰੀਆਂ ਇੰਦਰੀਆਂ ਤੇਰੇ ਅੰਗ ਜਿਹੜੇ ਹੈਗੇ ਘਿਸ ਗਏ ਆ, ਕਮਜ਼ੋਰ ਹੋ ਗਏ ਆ, ਤੇ ਤੂੰ ਜਿਹੜੇ ਕੰਮ ਆਇਆ ਆ ਉਹ ਕੰਮ ਤੈਨੂੰ ਪਤਾ ਹੀ ਨਹੀਂ ਆ, ਉਹ ਕੰਮ ਵੱਲ ਨੂੰ ਤੂੰ ਲੱਗਿਆ ਹੀ ਨਹੀਂ ਹੈਗਾ ਭਾਈ ਸੱਚ ਦੇ ਨਾਲ। ਤੈਨੂੰ ਪਰਮੇਸ਼ਰ ਦੇ ਨਾਲ, ਪਰਮੇਸ਼ਰ ਦੇ ਆਤਮਾ ਦਾ ਰੰਗ ਤੇਰੇ ਅੰਦਰ ਆਇਆ ਹੀ ਨਹੀਂ ਆ। ਆਤਮ ਤਲ ਤੇ ਤੂੰ ਬਿਲਕੁਲ ਜ਼ੀਰੋ ਹੀ ਹੈਗਾ ਆ। ਹਾਂਜੀ ਵੀਰ ਜੀ। ਹੁਣ ਉਹ ਕਹਿੰਦੇ ਨੇ ਕਿ ਖਾਂਦਿਆਂ ਤੁਸੀਂ ਵੇਖਿਆ ਹੋਣਾ ਕਈਆਂ ਬੰਦਿਆਂ ਦੇ ਨਾ ਦੰਦ ਘਸ ਜਾਂਦੇ। ਕਿੰਨਾ ਖਾਦਾ ਉਹਨਾਂ ਨੇ, ਚਲੋ ਅਸੀਂ ਵੀ ਖਾਦਾ ਵਾ, ਘਸੇ ਤੇ ਸਾਡੇ ਵੀ ਹੈ। ਘਸ ਵੀ ਜਾਂਦੇ ਆ ਗੋਰਖੀ ਸਾਹਿਬ, ਦੰਦ ਜਿਹੜੇ ਹੈਗੇ ਉਖੜ ਵੀ ਜਾਂਦੇ ਆ। ਘਸ ਜਾਂਦੇ ਦੰਦ। ਤੂੰ ਕਹਿੰਦੇ ਕਿ ਦੰਦ ਹੀ ਘਸ ਗਏ ਤੇਰੇ ਖਾ ਖਾ ਕੇ, ਪਰ ਤੇਰੀ ਮਨ ਦੀ ਜਿਹੜੀ ਅੰਦਰ ਦੀ ਜਿਹੜੀ ਤ੍ਰਿਪਤੀ ਕਿਉਂ ਨਹੀਂ ਹੋਈ? ਕਿਉਂਕਿ ਤੂੰ ਵਿਚਾਰ ਕਿਉਂ ਨਹੀਂ ਕਰਦਾ? ਤੂੰ ਕੋਈ ਜਾਨਵਰ ਥੋੜੀ ਹੈਗਾ, ਤੂੰ ਬੰਦਾ ਹੈ, ਇਨਸਾਨ ਹੈ। ਤੂੰ ਸੋਚ ਸਕਦਾ, ਤੂੰ ਜਸਟੀਫਾਈ ਕਰ ਸਕਦਾ ਕੀ ਸਹੀ ਕੀ ਗਲਤ ਹੈ। ਪਰ ਇੱਕ ਚੀਜ਼ ਤੂੰ ਸਾਰੀ ਜ਼ਿੰਦਗੀ ਕੀਤੀ ਹੈ, ਤੇਰੀ ਤ੍ਰਿਪਤੀ ਨਹੀਂ ਹੋਈ। ਪਰ ਤੂੰ ਕਿਉਂ ਨਹੀਂ ਮਹਿਸੂਸ ਕਰਦਾ ਕਿ ਇਹ ਏਦਾਂ ਕਿਉਂ ਆ? ਕੋਈ ਚੀਜ਼ ਹੋ ਗਈ ਇੱਕ ਵਾਰੀ, 2 ਵਾਰੀ, 4 ਵਾਰੀ, 100 ਵਾਰੀ, ਲੱਖ ਵਾਰੀ, 2 ਲੱਖ, 20 ਲੱਖ, 30 ਲੱਖ, ਤੂੰ ਜੀਵਨ ਭਰ ਕੀਤੀ, ਪਰ ਤੇਰੀ ਤ੍ਰਿਪਤੀ ਕਿਉਂ ਨਹੀਂ ਹੋਈ? ਤੂੰ ਕਿਤੇ ਸੋਚਿਆ ਨਹੀਂ? ਕਿਉਂਕਿ ਤੈਨੂੰ ਮਹਿਸੂਸ ਨਹੀਂ ਹੋਇਆ ਕਿ ਰੰਗ ਨਹੀਂ ਚੜਿਆ ਮੈਨੂੰ, ਤੈਨੂੰ ਰੱਬ ਦਾ ਰੰਗ ਨਹੀਂ ਚੜਿਆ, ਇਸ ਕਰਕੇ ਤੇਰੀ ਤ੍ਰਿਪਤੀ ਨਹੀਂ ਹੋ ਰਹੀ। ਬਾਣੀ ਚ ਤੇ ਕਹਿ ਕੇ ਗਿਆ ਸਰਬ ਜਗਤ ਕਾ ਰਾਜਾ ਦੁਖੀ ਆ। ਕਿਉਂ ਦੁਖੀ ਹੈ? ਕਿਉਂਕਿ ਉਹਦੇ ਕੋਲ ਨਾਮ ਨਹੀਂ ਹੈਗਾ। ਪਰ ਤੂੰ ਵੀ ਹੁਣ ਕਾਫੀ ਕੁਝ ਪ੍ਰਾਪਤ ਕੀਤਾ। ਆਪਾਂ 87 ਸਰੀਰ ਆ। ਆਪਣੇ ਜੀਵਨ ਤੇ ਨਜ਼ਰ ਮਾਰੋ, ਅੱਜ ਤੋਂ 25-30 ਸਾਲ ਪਹਿਲਾਂ ਤੁਹਾਡੇ ਕੋਲ ਕੁਝ ਵੀ ਨਹੀਂ ਸੀ। ਉਸ ਤੋਂ ਥੋੜਾ ਜਿਹਾ ਹੋਰ ਪਿੱਛੇ ਜਾਓ, 35-40 ਸਾਲ ਪਹਿਲਾਂ ਕਾਫੀ ਬੁਰੇ ਹਾਲਾਤ ਸਨ। ਅੱਜ ਕਿੰਨਾ ਕੁਝ ਆ ਗਿਆ, ਕਿੰਨਾ ਸੁਖ। ਪਰ ਜਸਟ ਦੇਖੋ ਕਿ ਅੰਦਰ ਦਾ ਕੋਈ ਕੋਨਾ, ਮੈਂ ਆਤਮ ਗਿਆਨ ਚ ਲਿਖਿਆ ਕਿ ਬਾਹਰੀ ਪਦਾਰਥਾਂ ਦੇ ਵਧਣ ਦੇ ਨਾਲ ਅੰਦਰ ਦਾ ਕੋਈ ਕੋਨਾ ਭਰਿਆ ਕਿ ਨਹੀਂ ਭਰਿਆ। ਪਰ ਅੰਦਰ ਤੇ ਗਰੀਬੀ ਵਧੀ ਹੈ ਨਿੱਜਰ ਸਾਹਿਬ, ਇਹ ਬਾਣੀ ਚ ਸੱਚ ਕਿਹਾ ਹੈ। ਬਿਲਕੁਲ ਅੰਦਰ ਖਾਲੀਪਨ ਵਧਿਆ, ਘਟਿਆ ਨਹੀਂ। ਜਦ ਕਿ ਘਰ ਚ ਸਮਾਨ ਪਾਈਏ ਤੇ ਸਮਾਨ ਘਰ ਭਰ ਜਾਣਾ ਚਾਹੀਦਾ ਹੈ, ਪਰ ਸਾਡੇ ਅੰਦਰ ਦਾ ਜਿਹੜਾ ਘਰ ਆ ਉੱਥੇ ਕਿਉਂ ਨਹੀਂ ਭਰਿਆ ਜਾ ਰਿਹਾ? ਕਿਉਂਕਿ ਗੁਰੂਆਂ ਨੇ ਉਹ ਗੱਲ ਸਹੀ ਕਹੀ ਹੈ। ਇੱਕ ਰਾਜੇ ਕੋਲ ਉਹਨਾਂ ਸੁੱਖ ਨਹੀਂ ਸੀ ਜਿੰਨਾ ਸੁੱਖ ਅੱਜ ਸਾਡੇ ਕੋਲ ਹੈ ਨਿੱਜਰ ਸਾਹਿਬ, ਇੱਕ ਆਮ ਆਦਮੀ ਕੋਲ। ਬਿਲਕੁਲ ਕਿੱਥੇ ਨੇ ਸੁੱਖ ਹੀ ਵਿਚਾਰੇ ਕੋ ਜੋ ਸੁੱਖ ਆਪਾਂ ਲੈ ਰਹੇ ਹਾਂ। ਤੇ ਕਹਿਣ ਤੋਂ ਭਾਵ ਆ ਕਿ ਇਹ ਸੁੱਖਾਂ ਦੇ ਨਾਲ ਸਾਡੇ ਜੀਵਨ ਦੇ ਵਿੱਚ ਸੁੱਖ ਤੇ ਨਹੀਂ ਆਇਆ। ਕਿਉਂ ਨਹੀਂ ਆਇਆ? ਕਿਉਂਕਿ ਨਿੱਜਰ ਸਾਹਿਬ ਅਸੀਂ ਆਤਮਾ ਨੂੰ ਇਗਨੋਰ ਕਰ ਦਿੱਤਾ। ਜਿਹੜਾ ਬੰਦਾ ਇਹ ਆਤਮਾ ਨੂੰ ਛੱਡ ਕੇ ਬਾਕੀ ਸਾਰਾ ਕਰਮ ਕਾਂਡਾਂ 'ਚ ਆਪਣਾ ਜੀਵਨ ਬਤੀਤ ਕਰਦਾ, ਨਿੱਜਰ ਸਾਹਿਬ ਉਹਦੇ ਜੀਵਨ 'ਚ ਰੰਗ ਨਹੀਂ ਜੇ ਚੜ੍ਹਨਾ ਨਾ। ਕਿਉਂਕਿ ਬਾਣੀ 'ਚ ਵੀ ਕਿਹਾ ਹੈ ਪਰਮੇਸ਼ਰ ਦੇ ਭੁੱਲਿਆਂ ਤੇ ਵਿਆਪਣ ਸਭੇ ਰੋ। ਜਦੋਂ ਆਪਾਂ ਪ੍ਰਮਾਤਮਾ ਨੂੰ ਛੱਡ ਦਿੰਦੇ ਆ ਤੇ ਫਿਰ ਤੇ ਕਾਲੀ ਹਨੇਰੀ ਰਾਤ ਹੈ। ਫਿਰ ਤੇ ਨਿੱਜਰ ਸਾਹਿਬ ਫਿਰ ਤੇ ਠੀਕ ਹੈ, ਜਿੱਥੇ ਸੰਸਾਰ ਜਾ ਰਿਹਾ ਆਪਾਂ ਥੋੜੇ ਜਿਹੇ ਹੋਰ ਤਰੀਕੇ ਨਾਲ ਜਾ ਰਹੇ ਹਾਂ, ਪਰ ਜਾ ਆਪਾਂ ਉੱਥੇ ਹੀ ਰਹੇ। ਹਾਂਜੀ, ਆਪ ਕੀ ਕਹਿਣਾ ਚਾਹੁੰਦੇ? ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ। ਜਦ ਤੱਕ ਆਪਣੀ ਆਤਮ ਯਾਤਰਾ ਨਹੀਂ ਸ਼ੁਰੂ ਹੋਈ,
ਆਤਮ ਯਾਤਰਾ ਕਰਨ ਵਾਸਤੇ ਆਪਣੇ ਅੰਦਰ ਇੱਛਾ ਪੈਦਾ ਨਹੀਂ ਹੋਈ, ਉਹਨੂੰ ਕਹਿੰਦੇ ਆ ਰੰਗ ਚੜ੍ਹਨਾ, ਰੰਗ ਲੱਗਣਾ। ਕਹਿੰਦੇ ਤੇਰੇ ਅੰਦਰ ਭਗਤੀ ਦੀ ਇੱਛਾ ਹੀ ਨਹੀਂ ਪੈਦਾ ਹੋਈ, ਔਰ ਤੇਰਾ ਜਿਹੜਾ ਹੈਗਾ ਇਹ ਮਨੁੱਖੀ ਜੂਨ ਜਿਹੜੀ ਹੈਗੀ ਜਾਣ ਵਾਲੀ ਹੈਗੀ ਆ। ਤੇਰਾ ਸਰੀਰ ਜਿਹੜਾ ਹੈਗੇ ਉਹ ਸ਼ਿਥਿਲ ਹੋ ਰਿਹਾ ਹੈ, ਔਰ ਤੇਰੇ ਅੰਗ ਜਿਹੜੇ ਹੈਗੇ ਘਿਸ ਰਹੇ ਆ। ਹਾਂਜੀ ਵੀਰ ਜੀ। ਹਾਂਜੀ, ਉਹ ਕਹਿ ਰਹੇ ਨੇ ਕਿ ਹੌਲੀ ਹੌਲੀ ਕਰਕੇ ਤੇਰੀ ਮਸ਼ੀਨ ਜਿਹੜੀ ਹੈ, ਜਿੱਥੇ ਤੈਨੂੰ ਬੜਾ ਮਾਣ ਸੀ। ਹੁਣ ਮੈਂ ਕਈ ਵਾਰੀ ਸੜਕ ਤੇ ਜਾਂਦਾ ਨਾ, ਮੈਂ ਦੇਖਦਾ, ਮੈਂ ਲੋਕਾਂ ਨੂੰ ਦੇਖਦਾ, ਕਈ ਬਜ਼ੁਰਗ ਹੁੰਦੇ ਨੇ ਤੇ ਨੈਚੁਰਲੀ ਮੇਰੀ ਹੁਣ ਸਰੀਰ ਥੋੜੇ ਜਿਹੇ ਜਾਨ ਜ਼ਿਆਦਾ ਹੈ, ਪਰ ਮੈਂ ਵੇਖਦਾ ਬਜ਼ੁਰਗਾਂ ਨੂੰ, ਉਹਨਾਂ ਕੋ ਉਸ ਤਰੀਕੇ ਨਾਲ ਮੋਟਰਸਾਈਕਲ ਜਾਂ ਸਕੂਟਰੀ ਨਹੀਂ ਚੱਲਦੀ ਜਿਸ ਤਰੀਕੇ ਨਾਲ ਮੈਂ ਚਲਾ ਸਕਦਾ। ਮਸ਼ੀਨ ਸਲੋ ਹੋ ਗਈ ਹੈ, ਉਨੀ ਫਾਸਟ ਉਹ ਚੱਲ ਨਹੀਂ ਸਕਦੇ। ਇਸੇ ਤਰ੍ਹਾਂ ਬਾਣੀ ਕਹਿ ਰਹੀ ਹੈ ਕਿ ਤੇਰੀ ਮਸ਼ੀਨ ਹੌਲੀ ਹੌਲੀ ਕਰਕੇ ਉਹਦੀ ਪਾਵਰ ਘਟ ਰਹੀ ਹੈ। ਤੂੰ ਦੇਖ ਕਿ ਤੇਰੇ ਜੀਵਨ ਚ ਕੋਈ ਚੀਜ਼ ਆਈ ਹੈ ਕੰਮ ਦੀ, ਕਿ ਕਿਤੇ ਵਹਿਮਾਂ ਭਰਮਾਂ ਚ ਤੇ ਨਹੀਂ ਬੈਠਾ ਨੇ, ਸਭ ਆਪਣੇ ਆਪ ਨੂੰ ਧੋਖਾ ਤੇ ਨਹੀਂ ਦੇ ਰਿਹਾ। ਜਿਹੜੇ ਕੰਮ ਆਏ ਉਹ ਕੰਮ ਕੀਤਾ ਹੈ ਕਿ ਨਹੀਂ ਕੀਤਾ ਭਾਈ? ਉਹ ਤਾਂ ਕੀਤਾ ਹੀ ਨਹੀਂ। ਜਿਹੜੇ ਕੰਮ ਆਏ ਆਪਾਂ, ਉਹ ਕੰਮ ਤਾਂ ਆਪਾਂ ਨੇ ਕੀਤਾ ਹੀ ਨਹੀਂ। ਬਾਣੀ ਤੇ ਕਹਿੰਦੀ ਅਵਰ ਕਾਜ, ਹਾਂ ਬਿਲਕੁਲ ਬੋਲਦੇ ਤੋਂ और काज तेरे किते ना काम, मिल साथ संगत भज केवल नाम। ਬਿਲਕੁਲ ਸਹੀ ਹੈ, ਇਹ ਡਰਾਉਣ ਦੀ ਕੋਈ ਲੋੜ ਨਹੀਂ ਹੈ। ਸਾਧ ਸੰਗਤ ਜੀ, ਆਖਰ ਦੇ ਵਿੱਚ ਨਾ ਬੰਦਾ ਸੋਚਦਾ ਹੈ, ਪੁਰਾਣਾ ਡਾਇਲੌਗ ਪਹਿਲਾਂ ਵੀ ਮੈਂ ਕਈ ਵਾਰੀ ਬੋਲਿਆ, ਭੱਜਿਆ ਤੇ ਮੈਂ ਬਹੁਤ ਸਾਂ, ਰੌਲਾ ਰੱਪਾ ਵੀ ਬੜਾ ਸੀ, ਬੜਾ ਕੁਝ ਆਇਆ, ਬੜਾ ਕੁਝ ਇਕੱਠਾ ਵੀ ਹੋਇਆ, ਫਿਰ ਮੈਂ ਆਖਰ ਤੇ ਇਕੱਲਾ ਰਹਿ ਗਿਆ। ਤੁਸੀਂ ਇਕੱਲੇ ਰਹਿ ਜਾਣਾ, ਬਿਲਕੁਲ ਤੁਸੀਂ ਇਕੱਲੇ ਰਹਿ ਜਾਣਾ। ਤੁਸੀਂ ਕਹਿਣਾ ਯਾਰ ਇਹ ਕੀ ਹੋਇਆ ਹੈ, ਰੌਲਾ ਰੱਪਾ ਤਾਂ ਬੜਾ ਸੀ, ਰੌਣਕ ਬੜੀ ਸੀ, ਇਹ ਹੈ ਉਹ ਹੈ। ਇੰਝ ਲੱਗਦਾ ਸੀ ਕਿ ਮੇਰੇ ਤੋਂ ਬਿਨਾਂ ਘਰ 'ਚ ਪਤਾ ਨਹੀਂ ਕੀ ਭੜਥਾ ਮੱਚ ਜਾਣਾ ਹੈ, ਇੱਥੇ ਰਹਿ ਨਹੀਂ ਜਾਣਾ, ਸਭ ਕੁਝ ਬੰਦ ਹੋ ਜਾਣਾ ਹੈ। ਅੱਜ ਮੈਂ ਸਾਈਡ ਤੇ ਹੋ ਕੇ ਬੈਠਾ, ਉਹ ਬਾਕੀ ਔਰ ਪੂਰੀ ਭੀੜ ਕਿੱਧਰ ਗਈ? ਉਹ ਨਿਕਲ ਗਈ। ਹੁਣ ਉਹਨਾਂ ਦੇ ਨਾਲ ਵੀ ਇਹੋ ਕੁਝ ਹੈ। ਬਿਲਕੁਲ, ਇੱਕ ਮੱਛੀ ਜਿਹੜੀ ਪੱਥਰ ਚੱਟ ਕੇ ਵਾਪਸ ਆ ਗਈ, ਇੱਕ ਮੱਛੀ ਉੱਥੇ ਜਾ ਰਹੀ। ਪਰ ਜਦੋਂ ਗੱਡੀ ਤੇ ਰੌਣਕ ਹੁੰਦੀ ਹੈ, ਗੱਡੀ 'ਚ ਪੂਰੀ ਓਕੇ ਰਿਪੋਰਟ ਹੁੰਦੀ ਆ, ਤੇ ਬੜਾ ਵਹਿਮ, ਬੜਾ ਭਰਮ ਕਿ ਇਹ ਘਰ ਜਿਹੜਾ ਹੈਗਾ, ਇਹਨਾਂ ਨੂੰ ਮੇਰੀ ਬਹੁਤ ਜ਼ਰੂਰਤ ਹੈ। ਪਤਾ ਨਹੀਂ ਮੈਂ ਕੀ ਇਹ ਸਿਰ ਤੇ ਪਹਾੜ ਚੁੱਕਿਆ, ਪਰ ਨਹੀਂ, ਇਹ ਸਾਰੇ ਲੋਕ ਆਪਣੇ ਆਪਣੇ ਰਸਤਿਆਂ ਤੇ ਆਪਣੇ ਇੱਕ ਮੰਜ਼ਿਲ ਦੇ ਵੱਲ ਚੱਲ ਰਹੇ ਨੇ। ਉਹਨਾਂ ਦਾ ਆਪਣਾ ਜੀਵਨ ਹੈ, ਉਹ ਜਸਟ ਸਾਡੇ ਰਾਹੀਂ ਸਾਡੇ ਰਾਹ 'ਚ ਮਿਲੇ ਨੇ। ਨਿੱਜਰ ਸਾਹਿਬ, ਉਹ they are very totally different people. ਨਜ਼ਰ ਮਾਰੋ ਤੁਸੀਂ ਪਲੀਜ਼, ਉਹ ਸਾਡੇ ਨਾਲ ਕੋਈ ਵੀ ਸਿਮਿਲਰ ਨਹੀਂ ਹੈ। ਇੱਥੋਂ ਤੱਕ ਤੁਹਾਡਾ ਜੀਵਨ ਸਾਥੀ ਵੀ ਜਿਹੜਾ ਹੈਗਾ ਹੈ, ਉਹ ਠੀਕ ਹੈ, ਆਪਾਂ ਕਹਿ ਦਿੰਦੇ ਮੇਰੀ ਪਤਨੀ, ਮੇਰਾ ਫਲਾਨਾ ਤੇ ਮੇਰਾ ਪਤੀ, ਮੇਰਾ ਟਿਮਕਾ, ਐਕਚੁਅਲੀ ਤੁਸੀਂ ਇਕੱਲੇ। ਇਹ ਚੀਜ਼ ਨੂੰ ਆਪਾਂ ਜਿੰਨੀ ਛੇਤੀ ਸਮਝ ਲਈਏ ਨਾ ਨਿੱਜਰ ਸਾਹਿਬ, ਉਨੀ ਛੇਤੀ ਤੁਹਾਨੂੰ ਥੋੜਾ ਜਿਹਾ ਗਿਆਨ ਹੋ ਜੂ। ਅਦਰਵਾਈਜ਼ ਇਹ ਸੰਸਾਰ ਜਿਹੜਾ ਹੈ ਨਾ, ਦੇਖੋ ਬਾਣੀ ਦੇ ਵਿੱਚ ਨਾ ਇੱਕ ਤੁਕ ਆਉਂਦੀ ਹੈ, ਤੁਸੀਂ ਸ਼ਾਇਦ ਤੁਹਾਨੂੰ ਪਤਾ ਹੋਵੇ ਪੂਰੀ ਤਰ੍ਹਾਂ, ਮੈਂ ਤੇ ਵੈਸੇ ਕੱਚੀ ਬੋਲਦਾ। ਜਹਾਂ ਮਾਤ ਪਿਤਾ ਸੁਤ ਬਿੰਤ ਕੋਈ ਨਾ ਕਿਸੇ ਕਾ ਧਰਿਆ। ਇਹ ਨਾ ਇੱਕ ਤੁਕ ਹੈ, ਜਨਨ ਪਿਤਾ ਮਾਤਾ ਪਿਤਾ, ਤੇਰੀ ਪਤੀ ਬਿੰਤ, ਪਤੀ ਪਤਨੀ, ਬੱਚੇ, ਇਹ ਸੰਸਾਰ ਹੈ। ਇਸੇ ਤਰੀਕੇ ਨਾਲ ਮੋਹ ਪੈਦਾ ਹੁੰਦਾ, ਕਿਉਂਕਿ ਉਹ ਚੀਜ਼ ਸਾਡੇ ਥਰੂ ਚ ਪੈਦਾ ਹੁੰਦੀ ਹੈ, ਤੇ ਫਿਰ ਬੰਦਾ ਜਦੋਂ ਉਹਦੇ ਥਰੂ ਚ ਪੈਦਾ ਹੁੰਦੀ ਹੈ, ਛੋਟੀ ਚੀਜ਼ ਨੂੰ ਵੱਡਾ ਕਰਦਾ ਹੈ, ਫਿਰ ਉਹਦੇ ਨਾਲ ਮੋਹ ਪੈ ਜਾਂਦਾ। ਫਿਰ ਬੰਦਾ ਕੀ ਕਰਦਾ, ਫਿਰ ਮੋਹ ਦੇ ਵਿੱਚ ਆ ਕੇ ਫਿਰ ਸਹੀ ਤੇ ਗਲਤ ਦੇ ਵਿੱਚ ਜੋ ਫਰਕ ਹੁੰਦਾ ਹੈ, ਉਹਨੂੰ ਸਮਝਣ ਤੋਂ ਅਸਮਰੱਥ ਹੋ ਜਾਂਦਾ। ਫਿਰ ਸੰਸਕਾਰ ਇਕੱਠੇ ਹੁੰਦੇ ਆ। ਦੇਖੋ, ਭਗਤੀ ਕਰਨ ਦੇ ਨਾਲ ਤੁਹਾਨੂੰ ਇੱਕ ਚੀਜ਼ ਪ੍ਰਾਪਤ ਹੋਣੀ ਹੈ ਨਿੱਜਰ ਸਾਹਿਬ, ਉਹ ਗਿਆਨ। ਬਿਲਕੁਲ, ਗਿਆਨ ਦਾ ਮਤਲਬ ਸਹੀ ਤੇ ਗਲਤ ਦੇ ਵਿੱਚ ਜੋ ਫਰਕ ਹੈ ਨਾ ਨਿੱਜਰ ਸਾਹਿਬ, ਉਹ ਅੱਖ। ਦੇਖੋ, ਅੱਖ ਤੋਂ ਬਿਨਾਂ ਗੱਲ ਨਹੀਂ ਬਣੇਗੀ। ਤੁਸੀਂ ਕੋਈ ਬਾਜ਼ਾਰ 'ਚ ਅਸਲੀ ਚੀਜ਼ ਹੈ, ਨਕਲੀ ਚੀਜ਼ ਹੈ, ਕਿੱਥੋਂ ਪਛਾਣੋਗੇ? ਨਕਲੀ ਦਾ ਨਿੱਜਰ ਸਾਹਿਬ, ਇੱਕ ਨਕਲੀ ਹੈ, ਇੱਕ ਅਸਲੀ ਹੈ, ਦੋਨੋਂ ਹੀ ਕਾਪੀ ਨੇ, ਵਧੀਆ ਵਧੀਆ ਤਰੀਕੇ ਨਾਲ ਬਣਾ ਕੇ ਰੱਖੀਆਂ। ਬਿਲਕੁਲ, ਤੇ ਉੱਥੇ ਉਹ ਪਛਾਣ ਲੈਂਦਾ ਜਿਹਨੂੰ ਪਰਖ ਹੈ, ਉਹਨੂੰ ਪਤਾ ਹੈ ਇਹ ਨਕਲੀ ਤੇ ਇਹ ਅਸਲੀ ਹੈ। ਬਾਕੀ ਸਧਾਰਨ ਬੰਦੇ ਨੂੰ ਨਹੀਂ ਪਤਾ ਲੱਗੇਗਾ।
ਇਸੇ ਤਰ੍ਹਾਂ ਜਦੋਂ ਤੁਹਾਡੇ ਅੰਦਰ ਗਿਆਨ ਦਾ ਦੀਪਕ ਪ੍ਰਕਾਸ਼ਮਾਨ ਹੋ ਗਿਆ, ਤੁਹਾਨੂੰ ਪਤਾ ਲੱਗ ਜਾਏਗਾ ਇਹ ਚੀਜ਼ ਨਕਲੀ ਤੇ ਇਹ ਚੀਜ਼ ਅਸਲ। ਪਤਾ ਲੱਗ ਜਾਏਗਾ, ਪਹਿਲਾਂ ਪਤਾ ਲੱਗਣਾ ਸ਼ੁਰੂ ਹੋਵੇਗਾ, ਪਰ ਇੱਕ ਸਮਾਂ ਆਵੇਗਾ ਕਿ ਉਹ ਤੁਹਾਡੇ ਅੰਦਰ ਅਸਲੀ ਰਹਿ ਜਾਏਗਾ, ਨਕਲੀ ਖਤਮ ਹੋ ਜਾਏਗਾ। ਫਿਰ ਪਰਖਣ ਦੀ ਲੋੜ ਨਹੀਂ, ਤੁਸੀਂ ਕਰਮ ਕਰੋਗੇ ਨਾ, ਤੁਹਾਨੂੰ ਲੋੜ ਨਹੀਂ ਹੈਗੀ ਕਿ ਵੇਖਣ ਦੀ ਲੋੜ ਹੈ ਕਿ ਸਹੀ ਕਿ ਗਲਤ। ਆਟੋਮੈਟਿਕਲੀ ਤੁਹਾਡੇ ਤੋਂ ਸਹੀ ਹੋਣ ਡਿਆ ਪੈਣਾ। ਨਿਜਰ ਸਾਹਿਬ, ਬਿਲਕੁਲ ਸ਼ੁਰੂ ਚ ਲੋੜ ਹੈ, ਜਿੱਦਾਂ ਛੋਟੇ ਬੱਚੇ ਨੂੰ ਲੋੜ ਹੈ ਨਾ ਚੀਜ਼ ਦੀ ਪਰਖ ਕਰਨ ਦੀ, ਸਹੀ ਤੇ ਗਲਤ ਦੇ ਵਿੱਚ ਜੋ ਫਰਕ ਹੈ ਆਪਾਂ ਉਹਨੂੰ ਦੱਸਦੇ ਹਾਂ। ਪਰ ਜਦੋਂ ਤੁਸੀਂ ਆਤਮ ਗਿਆਨੀ ਹੋ ਗਏ ਨਾ, ਤੇ ਨਕਲੀ ਤੁਹਾਡੇ ਤੋਂ ਹੋਣਾ ਹੀ ਨਹੀਂ, ਅਸਲੀ ਹੀ ਹੋਵੇਗਾ। ਹਾਂਜੀ, ਆਪ ਅੱਗੇ ਚਲੋ ਪਲੀਜ਼। ਹਾਂਜੀ ਵੀਰ ਜੀ। ਨਾਨਕ ਤ੍ਰਿਗ ਤਿਨਾਂ ਦਾ ਜੀਵਿਆ ਜਿਨ ਸੱਚ ਨਾ ਲੱਗੋ ਰੰਗ। ਕਹਿੰਦੇ ਭਾਈ ਜਿਹੜਾ ਮਨੁੱਖ ਸਰੀਰ ਪਾ ਕੇ ਵੀ ਜਿਹੜਾ ਹੈਗਾ ਆਖਰੀ ਅਵਸਥਾ 'ਚ ਵੀ ਜਿਹਨੂੰ ਜਿਹੜਾ ਹੈਗਾ ਉਹ ਭਗਤੀ ਕਰਨ ਦਾ ਚਾਅ ਨਹੀਂ ਆਇਆ, ਭਗਤੀ ਕਰਨ ਦੀ ਜਿਹੜੀ ਹੈ ਜਿਹਦੇ ਅੰਦਰ ਇੱਛਾ ਨਹੀਂ ਪੈਦਾ ਹੋਈ, ਕਹਿੰਦੇ ਧਿਕਾਰ ਆ ਉਹਦਾ। ਫਿਰ ਮਨੁੱਖੀ ਜੂਨ 'ਚ ਆਉਣਾ ਧਿਕਾਰ ਆ। ਪੌੜੀ ਜਿਉਂ ਤੇਰਾ ਹੁਕਮ ਤਿਵੈ ਤਿਉਂ ਹੋਵਣਾ। ਕਹਿੰਦੇ ਜਿਸ ਤਰ੍ਹਾਂ ਵੀ ਮਾਲਕ ਪਰਮਾਤਮਾ ਦਾ ਹੁਕਮ ਆ ਉਸੇ ਤਰੀਕੇ ਦੇ ਨਾਲ ਹੋਣਾ ਆ। ਤੂੰ ਜਿਹੜਾ ਹੈਗਾ 24 ਘੰਟੇ ਜਿਹੜਾ ਹੈਗਾ ਇਹ ਜਿਹੜੇ ਹੈਗੇ ਆ ਇਹ ਖਿਆਲ ਉਹ ਆਉਂਦਾ ਅੱਲਾ ਅਗਮ ਖੁਦਾਈ ਬੰਦੇ ਛੋੜ ਖਿਆਲ ਦੁਨੀਆ ਕੇ ਧੰਦੇ। ਤੂੰ ਜਿਹੜਾ ਖਿਆਲ ਕਰੀ ਜਾ ਰਿਹਾ 24 ਘੰਟੇ ਜਿਹੜਾ ਹੈਗਾ ਹੋਣਾ ਤਾਂ ਹੋਇਆ, ਜਿਉਂ ਤੇਰਾ ਹੁਕਮ ਤਿਵੈ ਤਿਉਂ ਹੋਣਾ ਮਾਲਕ ਦੇ ਹੁਕਮ ਦੇ ਵਿੱਚ ਹੈ। ਜਹ ਰੱਖੇ ਆਪ ਤਹ ਜਾਏ ਖੜੋਵਣਾ। ਜਿੱਥੇ ਵੀ ਮਾਲਕ ਨੇ ਦਾਣਾ ਚੁਗਣੇ ਆਪਣੇ ਜਿੱਥੇ ਰੱਖਿਆ ਆ ਉਹ ਮਾਲਕ ਨੇ ਉੱਥੇ ਆਪਾਂ ਨੇ ਜਾ ਪਹੁੰਚਣਾ ਹੈ ਭਾਈ। ਨਾਮ ਤੇਰਾ ਕੈ ਰੰਗ ਦੁਰਮਤ ਧੋਵਣਾ। ਭੈੜੀ ਮੱਤ ਜਿਹੜੀ ਸੰਸਕਾਰ ਜਿਹੜੇ ਹੈਗੇ ਮਹਿਲ ਜਿਹੜੀ ਹੈਗੀ ਉਹ ਧਿਆਨ ਸਿਮਰਨ ਦੇ ਨਾਲ ਭਗਤੀ ਦੇ ਨਾਲ ਹੀ ਉਹ ਜਿਹੜੀ ਹੈਗੀ ਆ ਉਹ ਸੰਸਕਾਰ ਜਿਹੜੀਆਂ ਉਹ ਲੀਹਾਂ ਮਿਟਦੀਆਂ ਆ। ਜਪ ਤੁਧ ਨਿਰੰਕਾਰ ਭਰਮ ਪਉ ਖੋਵਣਾ। ਔਰ ਪਰਮੇਸ਼ਰ ਦੀ ਭਗਤੀ ਕਰਨ ਦੇ ਨਾਲ, ਧਿਆਨ ਸਿਮਰਨ ਕਰਨ ਦੇ ਨਾਲ, ਮਾਲਕ ਨੂੰ ਯਾਦ ਕਰਨ ਦੇ ਨਾਲ ਇਹ ਮਾਇਆ, ਇਹ ਭਰਮ, ਇਹ ਧੋਖਾ ਜਿਹੜਾ ਹੈਗਾ ਇਹਨਾਂ ਤੋਂ ਮਨ ਜਿਹੜਾ ਹੈਗਾ, ਮਨ ਨੂੰ ਪਾਵਰ ਮਿਲਦੀ ਆ ਕਿ ਮਨ ਜਿਹੜਾ ਹੈਗਾ ਇਹਨਾਂ ਤੋਂ ਜਿਹੜਾ ਹੈਗਾ ਬਚ ਸਕੇ, ਹਟ ਸਕੇ। ਜੋ ਤੇਰੇ ਰੰਗ ਰਤੇ ਸੇ ਜੋਨ ਨਾ ਜੋਵਣਾ। ਜਿਨ੍ਹਾਂ ਨੂੰ ਭਗਤੀ ਦਾ ਰੰਗ ਚੜ ਗਿਆ, ਮਨੁੱਖੀ ਸਰੀਰ ਪਾ ਕੇ ਜਿਹੜੇ ਹੈਗੇ ਮਾਲਕ ਦੀ ਭਗਤੀ ਦੀ ਇੱਛਾ ਜਿਨ੍ਹਾਂ ਦੇ ਅੰਦਰ ਪੈਦਾ ਹੋ ਗਈ, ਜਿਹੜੇ ਭਗਤੀ ਕਰਨ ਲੱਗ ਪਏ, ਜਿਹੜੇ ਆਪਣੇ ਵਿਚਾਰ ਬੰਦ ਕਰਨ ਲੱਗ ਪਏ, ਕਹਿੰਦੇ ਉਹਨੂੰ ਜੂਨਾਂ ਦੇ ਵਿੱਚ ਨਹੀਂ ਜੋ ਸਕਦਾ ਭਾਈ ਕਾਲ ਧਰਮਰਾਜ। ਅੰਤਰ ਬਾਹਰ ਇੱਕ ਨੈਣ ਅਲੋਵਣਾ। ਔਰ ਉਹਨੂੰ ਉਹ ਮਾਲਕ ਪਰਮਾਤਮਾ ਜਿਹੜਾ ਉਹਦੇ ਅੰਦਰ ਆ ਉਹ ਦੂਸਰੇ ਦੇ ਅੰਦਰ ਬਾਹਰ ਹਰ ਜਗ੍ਹਾ 'ਤੇ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਨੂੰ ਹੀ ਮਹਿਸੂਸ ਕਰਦਾ ਹੈ। ਜਿਨੀ ਪਛਾਤਾ ਹੁਕਮ ਤਿਨ ਕਦੇ ਨਾ ਰੋਵਣਾ। ਜਿਨ੍ਹਾਂ ਨੇ ਆਹ ਹੁਕਮ ਪਛਾਣ ਲਿਆ, ਜਿਨ੍ਹਾਂ ਨੂੰ ਕਿ ਬਈ ਭਗਤੀ ਕਰਨੀ ਆ, ਭਗਤੀ ਦਾ ਰੰਗ ਚੜ ਗਿਆ ਜਿਨ੍ਹਾਂ ਨੂੰ, ਉਹ ਕਹਿੰਦੇ ਕਦੀ ਵੀ ਨਹੀਂ ਜਿਹੜੇ ਪਛਤਾਉਂਦੇ। ਜਿਨੀ ਪਛਾਤਾ ਹੁਕਮ ਤਿਨਹਿ ਕਦੇ ਨਾ ਰੋਵਣਾ। ਨਾਉ ਨਾਨਕ ਬਖਸ਼ੀਸ਼ ਮਨ ਮਾਹੇ ਪਰੋਵਣਾ। ਕਹਿੰਦੇ ਪਰਮੇਸ਼ਰ ਦੀ ਭਗਤੀ, ਇਹ ਧਿਆਨ ਸਿਮਰਨ, ਇਹ ਸੁਨ ਗੁਫਾ ਮੇ ਆਸਣ ਬੈਸਣ, ਕਲਪ ਵਿਵਰਜਿਤ ਪੰਥਾ, ਇਹ ਜਿਹੜੀਆਂ ਲਹਿਰਾਂ ਬੰਦ ਕਰਨੀਆਂ, ਇਹ ਬਖਸ਼ਿਸ਼ ਹੈ ਭਾਈ, ਬਖਸ਼ਿਸ਼ ਹੈ ਉਹ ਮਾਲਕ ਪਰਮਾਤਮਾ ਦੀ। ਇਹਦੇ ਐਵਜ਼ ਦੇ ਵਿੱਚ ਉਹ ਅੰਮ੍ਰਿਤ ਰਸ ਦੇ ਦਿੰਦਾ ਹੈ। ਨਾਉ ਨਾਨਕ ਬਖਸ਼ੀਸ਼ ਮਨ ਮਾਹੇ ਪਰੋਵਣਾ। ਮਨ ਦੇ ਵਿੱਚ ਭਗਤੀ ਨੂੰ ਪਰੋਲਾ ਔਰ ਉਹ ਮਾਲਕ ਪਰਮਾਤਮਾ ਮਿਹਰ ਕਰ ਦੇਗਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਦੇਖੋ ਉੱਪਰ ਕਹਿ ਰਹੇ ਨੇ ਉਹ ਖਾਂਦਿਆਂ ਮੂੰਹ ਕੇਸ ਗਿਆ ਤੇ ਜੀਵਨ ਦੇ ਵਿੱਚ ਜਿਹੜੇ ਸਵਾਦ ਹੈ ਉਹ ਖਤਮ ਨਹੀਂ ਹੋਏ। ਫਿਰ ਕਹਿੰਦੇ ਆ ਕਿ ਤ੍ਰਿਕ ਜਿਹੜਾ ਜੀਵਨ ਆ ਉਹਦਾ, ਤ੍ਰਿਕ ਦਾ ਮਤਲਬ ਕਿ
ਫਿਟਕਾਰ ਆ ਹੂੰ। ਕਿ ਤੈਨੂੰ ਮਨੁੱਖਾ ਸਰੀਰ ਮਿਲਿਆ, ਇੰਨਾ ਗਿਆਨ ਵੀ ਸੀ, ਪਰ ਤੂੰ ਵਿਚਾਰ ਹੀ ਨਹੀਂ ਕੀਤਾ, ਉਦਾਂ ਹੀ ਲੰਘ ਗਿਆ। ਤੂੰ ਉਸ ਅਵਸਥਾ ਨੂੰ ਨਹੀਂ ਜਾਣਿਆ ਜਿਹਨੂੰ ਜਾਣਨ ਤੋਂ ਬਾਅਦ ਅੰਦਰ ਦੀ ਜਿਹੜੀ ਭੁੱਖ ਖਤਮ ਹੋ ਜਾਂਦੀ ਹੈ, ਇੰਦਰੀਆਂ ਦੀ ਜਿਹੜੀ ਪਿਆਸ ਹੈ ਉਹ ਤ੍ਰਿਪਤ ਹੋ ਜਾਂਦੀ ਹੈ। ਫਿਰ ਅਗਲੇ ਬੰਨੇ ਪੌੜੀ 'ਚ ਸਮਝਾਉਂਦੇ ਨੇ, ਕਹਿੰਦੇ ਜਿਉਂ ਜਿਉਂ ਤੇਰਾ ਹੁਕਮ ਤਿਵੇਂ ਤਿਉਂ ਹੋਣਾ। ਦੇਖੋ ਉਹਦਾ ਜਿਹੜਾ ਹੁਕਮ ਹੈ ਉਹ ਤੇ ਪ੍ਰਮਾਤਮਾ ਨੇ ਅਟਾਲਿਆ। ਹੁਕਮ ਦੇ ਵਿੱਚ ਪ੍ਰਕਿਰਤੀ ਚੱਲਦੀ ਹੈ, ਜਿੱਦਾਂ ਦਾ ਹੁਕਮ ਬਣਾਇਆ ਹੋਣਾ ਤੇ ਉਦਾਂ ਹੀ ਆ। ਜੋ ਵੀ ਕੁਝ ਕਰਨਾ ਹੈ ਆਪਾਂ ਨਿੱਜਰ ਸਭ ਕੁਝ ਕਰ ਸਕਦੇ ਹਾਂ, ਹੁਕਮ ਦੇ ਹਿਸਾਬ ਨਾਲ ਤੇ ਕੰਮ ਹੋਣਾ ਹੀ ਹੋਣਾ। ਬਾਣੀ ਦੀ ਕਹਿੰਦੀ ਖੇਤ ਸੀਰਾ ਬੀਜਿਆ ਅੰਤ ਖਲੋਇਆ ਆਵੇ, ਜੋ ਤੂੰ ਬੀਜਿਆ ਉਹੀ ਉਗਣਾ। ਬਿਲਕੁਲ ਉਹੀ ਉਗਣਾ ਵੇ ਜੀ, ਉਹੀ ਉਗਣਾ। ਹੁਕਮ ਤੇ ਭਾਵ ਇਹੋ ਹੀ ਆ ਕਿ ਜੇ ਤੂੰ ਕਣਕ ਬੀਜੀ ਤੇ ਕਣਕ ਉੱਗੇਗੀ, ਝੋਨਾ ਬੀਜੇ ਤੇ ਝੋਨਾ ਉੱਗੂਗਾ, ਉਹ ਤੇਰੀ ਮਰਜ਼ੀ ਆ। ਬੀਜਣ ਦਾ ਨਿੱਜਰ ਸਾਹਿਬ ਇਹ ਉਹਦਾ ਹੁਕਮ ਨਹੀਂ ਜੀ ਹੈਗਾ, ਬੀਜਣਾ ਸਾਡੀ ਮਰਜ਼ੀ ਆ। ਬਿਲਕੁਲ। ਪਰ ਇਹ ਆ ਕਿ ਜੋ ਬੀਜਦਾ ਉਹਨੂੰ ਕਿਹੜਾ ਫਲ ਲੱਗਣਾ ਹੈ ਉਹ ਹੁਕਮ ਹੈ। ਔਰ ਉਹ ਹੁਕਮ ਹਾਂ। ਔਰ ਦੂਸਰੀ ਚੀਜ਼ ਇਹ ਹੈਗੀ ਗੋਰਖੀ ਸਾਹਿਬ ਵੀ ਜਿਹੜੀ ਵੀ ਅਵਸਥਾ ਦੇ ਵਿੱਚ ਮਾਲਕ ਨੇ ਰੱਖਿਆ ਹੈ, ਜਿੱਥੇ ਵੀ ਰੱਖਿਆ ਆ, ਜਿਹੜੀ ਵੀ ਅਵਸਥਾ 'ਚ ਰੱਖਿਆ ਆ, ਉਹਦੇ ਵਿੱਚ ਹੀ ਆਪਾਂ ਨੂੰ ਨਾਮ ਬੀਜਣਾ ਪਊਗਾ, ਉਹਦੇ ਵਿੱਚ ਹੀ ਭਗਤੀ ਕਰਨੀ ਪਊਗੀ। ਹਾਂਜੀ ਵੀਰ। ਹਾਂ ਨਿਜਾ ਸਾਹਿਬ, ਉਹ ਤੇ ਜੋ ਸਾਡੇ ਕੋਲ ਹੈਗਾ ਸੋਰਸ ਹੈਗੇ ਨੇ। ਹੁਣ ਸਾਡੇ ਕਰਮ ਨੇ, ਜਿੱਦਾਂ ਦੇ ਕਰਮ ਸੀ ਆਪਾਂ ਕੀਤੇ ਸੀ, ਉਦਾਂ ਦੀ ਸਾਨੂੰ ਫੈਸਿਲਿਟੀ ਮਿਲੀ ਹੈ ਨਿਜਾ ਸਾਹਿਬ। ਬਿਲਕੁਲ ਉਦਾਂ ਦਾ ਹੀ এনवायरमेंट ਮਿਲਣਾ ਹੈ। ਜਿਹੇ ਜੇ ਆਪਣੇ ਪਿਛਲੀ ਬਿਜਾਈ ਕੀਤੀ ਸੀ, ਉਸੇ ਹਿਸਾਬ ਦੇ ਨਾਲ ਆਪਾਂ ਨੂੰ ਉਹਦਾ ਜਿਹੜਾ ਫਲ ਮਿਲੇਗਾ। ਹੁਣ ਅੱਗੇ ਆਪਣੀ ਮਰਜ਼ੀ ਹੈ, ਜੋ ਬੀਜਣਾ ਹੈ ਬੀਜੀ। ਇਹ ਕਈ ਵਾਰੀ ਆਪਾਂ ਕਹੀ ਤੇ ਜਾਂਦੇ ਆ ਨਾ ਕਿ ਫਲਾਣੇ ਨਾਲ ਦੂਸਰੇ ਢਿਮਕੇ ਨਾਲ ਆਪਾਂ ਕੰਪੇਅਰ ਤੇ ਕਰਦੇ ਆ, ਉਹਨਾਂ ਨੇ ਕੁਝ ਬੀਜਿਆ ਵਾ। ਕਿਉਂਕਿ ਬੀਜੇ ਤੋਂ ਬਿਨਾਂ ਕਿੱਥੋਂ ਉੱਗੂਗਾ। ਬਿਲਕੁਲ। ਇੱਕ ਬੰਦਾ ਸਾਰਾ ਦਿਨ ਲੰਮੇ ਪਿਆ ਰਹਿੰਦਾ, ਕੰਮ ਤੇ ਨਹੀਂ ਜਾਂਦਾ। ਦੂਜਾ ਬੰਦਾ ਜੋ ਸਵੇਰ ਤੋਂ ਨਿਕਲਦਾ ਹੈ, ਪਹਿਲਾਂ ਉਹਨੇ ਪੜ੍ਹਾਈ ਕੀਤੀ ਹੈ, ਕਿੰਨੀ ਪੜ੍ਹਾਈ ਕਰਕੇ ਫਿਰ ਉਹ ਮਿਹਨਤ ਕਰ ਰਿਹਾ, ਫਿਰ ਨੌਕਰੀ ਤੇ ਚਲ ਗਿਆ, ਤੇ ਹੁਣ ਉਹ ਤੋਂ ਵੇਖ ਕੇ ਈਰਖਾ ਕਰਨ ਦੇ ਨਾਲ ਕੀ ਹੋਵੇਗਾ? ਜਾਂ ਤੇ ਉਹਨੀ ਮਿਹਨਤ ਕਰੀਏ। ਹੁਣ ਆਪਾਂ ਕਈ ਵਾਰੀ ਵੇਖਦੇ ਆ, ਉਹ ਵੀ ਫਲਾਣੇ ਬੰਦੇ ਨੇ ਤਰੱਕੀ ਕੀਤੀ, ਉਹ ਕੀਤੀ ਹੈ ਤਰੱਕੀ, ਵੇਖੋ ਕਿ 20-25 ਸਾਲ ਤੋਂ ਅਗਲਾ ਧੱਕੇ ਖਾਂਦੇ ਸੀ। ਬਿਲਕੁਲ। ਇੱਕਦਮ ਉਹਨੇ ਸ਼ੂਮੰਤ ਥੋੜੀ ਕੀਤਾ, ਤੁਸੀਂ ਤੇ ਲੰਮੀਆਂ ਤਾਣ ਕੇ ਬੈਠੇ ਜੋ, ਲੱਤਾਂ ਦੇ ਲੱਤਾਂ ਪਾਈਆਂ। ਹੁਣ ਤੁਸੀਂ ਉਹਦੇ ਨਾਲ ਕੰਪੇਅਰ ਕਰਦੇ ਆਪਣੇ ਆਪ ਨੂੰ। ਉਸ ਬੰਦੇ ਦਾ ਸਟਰਗਲ ਤੇ ਵੇਖੋ, ਫਿਰ ਉਹਨੂੰ ਕੁਝ ਪ੍ਰਾਪਤ ਹੋਇਆ। ਫਿਰ ਇੱਥੇ ਦੇਖੋ ਉਹ ਕੀ ਕਹਿ ਰਹੇ ਨੇ ਕਿ ਹੁਕਮ ਤੇ ਉਹਦਾ ਇਹੋ ਹੀ ਆ ਕਿ ਜੋ ਉਹਨੇ ਦਿੱਤਾ ਹੁਕਮ ਦੇ ਵਿੱਚ। ਬਾਣੀ ਵੀ ਕਹਿੰਦੀ ਹੁਕਮੀ ਅੰਦਰ ਸਭ ਕੁਝ ਤੇ ਬਾਹਰ ਹੁਕਮ ਨਾ ਕੋਈ, ਕਿਉਂਕਿ ਹੁਕਮ ਦੇ ਅੰਦਰ ਸਾਰਾ ਕੁਝ ਹੈ ਨਿਜਰ ਸਾਹਿਬ। ਬਿਲਕੁਲ। ਤੇ ਹੁਕਮ ਦੇ ਬਾਹਰ ਕੋਈ ਵੀ ਨਹੀਂ ਹੈਗਾ। ਪਰ ਇੱਥੇ ਹੁਣ ਆਪਾਂ ਸੋਚੀਏ ਕਿ ਸਾਨੂੰ ਕਰਮ ਕਰਨ ਦਾ ਵੀ ਹੁਕਮ ਹੈ, ਨਹੀਂ, ਉਹ ਸਾਡੀ ਮਰਜ਼ੀ ਆ। ਹਾਂ, ਕਰਮਾਂ ਨੂੰ ਕਿਹੜਾ ਫਲ ਲੱਗਣਾ ਹੈ ਇਹ ਉਹਦਾ ਹੁਕਮ ਹੈ। ਨਿਜਾ ਸਾਹਿਬ, ਕਰਮ ਕਰਨ ਤੋਂ ਥੋੜੀ ਸਾਨੂੰ ਪਰਮਾਤਮਾ ਰੋਕਣ ਦਿਆ। ਨਾ ਬਿਲਕੁਲ ਨਹੀਂ ਰੋਕ ਰਿਹਾ। ਦੋਨੋਂ ਪਾਸੇ ਕਿਹੜੇ ਮਰਜ਼ੀ ਪਾਸੇ ਜਾ ਸਕਦੇ ਆ ਆਪਾਂ ਭਾਈ। ਹਾਂ, ਜੋ ਕਿ ਆਪਾਂ ਮਨੁੱਖ ਹੈਗੇ ਆ। ਠੀਕ ਹੈ ਜੀ। ਬਿਲਕੁਲ। ਫਿਰ ਅਗਲੇ ਬੰਦੇ ਜਿਹਾ ਰੱਖ ਆਪ ਤਹਿ ਜਾਏ ਖਲੋਵਣਾ। ਬਈ ਜਿੱਥੇ ਆਪਣੀ ਕਿਸਮਤ ਜਾਂ ਪਿਛਲੇ ਜੋ ਕਮਾਈ ਕੀਤੀ ਹੈ, ਸੰਸਕਾਰ ਹੈਗੇ, ਉਹਦੇ ਨਾਲ ਹੀ ਮਾਲਕ ਨੇ ਜਿਹੜਾ ਹੈਗਾ ਉਹ ਭੁਗਤਾਨ ਕਰੀ ਜਾਣਾ ਨਾਲੋਂ ਨਾਲ। ਪਰ ਆਪਾਂ ਨੂੰ ਜਿਹੜਾ ਬੀਜਣਾ ਹੈਗਾ, ਜਿਹਦੇ ਵਾਸਤੇ ਮਨੁੱਖਾ ਸਰੀਰ ਮਿਲਿਆ ਹੈ, ਉਹ ਆਪਾਂ ਨੂੰ ਬੀਜਣਾ ਪਊਗਾ। ਹਾਂਜੀ ਵੀਰ। ਹਾਂ, ਜਿੱਥੇ ਤੁਸੀਂ ਆਪਣੇ ਆਪ ਨੂੰ ਸਟੈਂਡ ਕਰਦੇ ਜੋ, ਤੁਸੀਂ ਉੱਥੇ ਰਹੋਗੇ ਜੀ, ਉਹ ਚੀਜ਼ ਤੁਹਾਨੂੰ ਮਿਲੇਗੀ। ਠੀਕ ਹੈ ਜੀ। ਕਿਉਂਕਿ ਇਹੋ ਹੀ ਉਹਦਾ ਹੁਕਮ ਹੈ। ਜਿੱਦਾਂ ਦਾ ਉਹਨੇ ਹੁਕਮ ਬਣਾਇਆ, ਹੁਣ ਤੁਸੀਂ ਜੋ ਚੀਜ਼ ਕੀਤੀ ਹੈ ਤੁਹਾਨੂੰ ਉਹ ਵਸਤੂ ਮਿਲ ਜੂਗੀ। ਹੁਣ ਤੁਸੀਂ ਬਾਜ਼ਾਰ 'ਚ ਕੋਈ ਚੀਜ਼ ਲੈਣ ਜਾਂਦੇ ਜੋ, ਤੁਹਾਡੇ ਕੋਲ ਕਿੰਨੇ ਦਾਮ ਹੈਗੇ ਨੇ, ਤੇ ਉਸ ਦੇ ਹਿਸਾਬ ਨਾਲ ਹੀ ਤੁਹਾਨੂੰ ਚੀਜ਼ ਮਿਲੇਗੀ। ਹੁਣ ਤੁਹਾਡੇ ਕੋਲ ਜ਼ਿਆਦਾ ਪੈਸੇ ਨੇ, ਤੁਸੀਂ ਚੰਗੇ ਹਸਪੀਟਲ ਜਾਵੋਗੇ। ਜੇ ਘੱਟ ਪੈਸੇ ਹੈਗੇ ਨੇ ਫਿਰ ਸਰਕਾਰੀ ਹਸਪੀਟਲ ਤੇ ਹੈ ਹੀ ਆ ਨਿਜਰ ਸਾਹਿਬ। ਬਿਲਕੁਲ। ਉਹਦੀ ਵੀ ਕੀਮਤ ਹੈ। ਇਹ ਹੁਣ ਤੁਸੀਂ ਵੇਖੋ ਤੁਹਾਡੇ ਕਿੰਨੇ ਪੈਸੇ, ਜਿਹੋ ਜਿਹੇ ਤੁਹਾਡੇ ਕੋਲ ਪੈਸੇ ਨੇ, ਤੁਹਾਡੇ ਬੱਚੇ ਉਸੇ ਤਰ੍ਹਾਂ ਦੀ ਐਜੂਕੇਸ਼ਨ ਪ੍ਰਾਪਤ ਕਰਨਗੇ, ਉਸੇ ਕਾਲਜ 'ਚ, ਉਸੇ ਯੂਨੀਵਰਸਿਟੀ ਜਾਣਗੇ। ਜੇ ਪੈਸੇ ਲੋਕ ਘੱਟ ਨੇ ਤੇ ਨੈਚੁਰਲੀ ਉਹ ਉਦਾਂ ਦੇ ਕਾਲਜ ਤੁਸੀਂ ਅਫੋਰਡ ਕਰ ਸਕਦੇ। ਇਹ ਹਰ ਚੀਜ਼ ਤੇ ਡਿਪੈਂਡ ਹੈ ਨਿਜਰ ਸਾਹਿਬ। ਬਿਲਕੁਲ ਸਹੀ ਗੱਲ ਆ। ਔਰ ਨਾਮ ਤੇਰਾ ਕੇ ਰੰਗੇ ਦੁਰਮਤ ਧੋਵਣਾ। ਪਰ ਕਹਿੰਦੇ ਜਿਹੜੇ ਸੰਸਕਾਰ ਹੈਗੇ ਤੇਰੇ, ਜੇ ਪਿਛਲੇ ਸੰਸਕਾਰ ਮਿਟਾਉਣਾ ਚਾਹੁੰਦਾ ਆ ਤੇ ਪਰਮੇਸ਼ਰ ਦੀ ਭਗਤੀ ਕਰਨੀ ਪਊਗੀ ਭਾਈ।
ਉਹ ਉਹਦੀ ਭਗਤੀ ਦੇ ਰੰਗ ਦੇ ਵਿੱਚ ਰੰਗਣਾ ਪਊਗਾ। ਔਰ ਜਪ ਜਪ ਤੁਧ ਨਿਰੰਕਾਰ ਭਰਮ ਭਉ ਖੋਵਣਾ, ਹੌਲੀ ਹੌਲੀ ਜਿਉਂ ਜਿਉਂ ਤੂੰ ਭਗਤੀ ਕਰੇਗਾ, ਉਸ ਮਾਲਕ ਨੂੰ ਉਹਦੇ ਮਾਲਕ ਦਾ ਧਿਆਨ ਕਰੇਗਾ, ਤੇ ਤੇਰਾ ਭਰਮ ਤੇ ਡਰ ਜਿਹੜਾ ਹੈਗਾ ਉਹ ਖਤਮ ਹੁੰਦਾ ਚਲਾ ਜਾਊਗਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਦੁਰਮਤ ਜਿਹੜੀ ਹੈ, ਮਲੀਨਤਾ ਤੁਹਾਨੂੰ ਦੱਸਿਆ ਕਿ ਸਾਹਮਣੇ ਕੋਈ ਔਗਣ ਹੈਗਾ, ਜੇ ਵੇਖ ਕੇ ਚਿੱਤ ਦੇ ਵਿੱਚ ਕੋਈ ਗਲਤ ਤਰੰਗ ਪੈਦਾ ਹੋ ਰਹੀ ਹੈ, ਤੇ ਕਹਿੰਦੇ ਉਸ ਚੀਜ਼ ਨੂੰ ਖਤਮ ਕਰਨ ਦੇ ਲਈ ਤੇਰੇ ਕੋਲ ਇੱਕੋ ਤਰੀਕਾ ਹੈ, ਉਹ ਹੈ ਪ੍ਰਮਾਤਮਾ ਦਾ ਰੰਗ। ਤੇ ਪ੍ਰਮਾਤਮਾ ਦਾ ਰੰਗ ਸਾਡੇ ਤੇ ਕਿੱਦਾਂ ਚੜੇਗਾ? ਉਹ ਨਾਮ ਹੈ, ਭਗਤੀ ਹੈ, ਸਾਡੇ ਕੋਲ ਸੋਰਸ ਹੈਗਾ, ਗ੍ਰੰਥਾਂ 'ਚ ਲਿਖਿਆ ਹੈ। ਤੁਹਾਡੀ ਆਵਾਜ਼ ਬੰਦ ਹੋ ਗਈ ਜੀ। ਜੀ ਸਰ। ਹਾਂਜੀ ਹਾਂਜੀ। ਹਾਂ, ਵਿੱਚ ਫੋਨ ਆ ਗਿਆ ਸੀ ਕਿ ਜਦੋਂ ਭਗਤੀ ਕਰੋਗੇ ਤੇ ਅੰਦਰ ਦੀ ਮਲੀਨਤਾ ਖਤਮ ਹੋ ਜਾਏਗੀ। ਹਾਂਜੀ ਨਿਜਲ ਸਾਹਿਬ। ਫਿਰ ਉਹ ਕਹਿ ਰਹੇ ਨੇ ਕਿ ਜਦੋਂ ਤੁਸੀਂ ਉਹਦਾ ਨਾਮ ਜਪਿਆ ਨਿਰੰਕਾਰ ਦਾ, ਤਾਂ ਭਰਮ ਜਿਹੜਾ ਹੈ ਉਹ ਖਤਮ ਹੋ ਜਾਏਗਾ, ਦੂਰ ਹੋ ਜਾਏਗਾ। ਨਿਜਲ ਸਾਹਿਬ, ਮਿਟੇ ਨਾ ਭਰਮ ਕੀ ਕਾਈ, ਬਾਣੀ 'ਚ ਵੀ ਕਿਹਾ ਕਿ ਜਿਹੜੀ ਭਰਮ ਦੀ ਕਾਈ ਉਹ ਖਤਮ ਨਹੀਂ ਹੋਵੇਗੀ ਜਿੰਨਾ ਚਿਰ ਤੱਕ ਤੁਸੀਂ ਭਗਤੀ ਨਹੀਂ ਕਰਦੇ। ਹਾਂ ਹਾਂਜੀ। ਆਪਣੇ ਜਿਸ ਕਥਾ ਕਰੋ। 1 ਸੈਕਿੰਡ ਮੈਨੂੰ ਫੋਨ ਕਰਨਾ ਪੈਣਾ, ਉਹ ਫੋਨ ਆਇਆ ਕਿ ਕੋਈ ਗੱਲ ਨਹੀਂ ਜੀ, ਕੋਈ ਗੱਲ। ਮੈਂ ਅੱਗੇ ਦੇਖਦਾ। ਨਾਮ ਤੇਰੇ ਕੇ ਰੰਗ ਦੁਰਮਤ ਧੋਵਣਾ, ਇਹ ਪਰਮੇਸ਼ਰ ਦਾ ਰੰਗ, ਭਗਤੀ ਦਾ ਰੰਗ ਜਿਉਂ-ਜਿਉਂ ਚੜੇਗਾ ਤੇ ਆਪਾਂ ਭਗਤੀ ਕਰਾਂਗੇ ਤੇ ਆਪਣਾ ਮਨ ਜਿਹੜਾ ਹੈਗਾ ਉਹ ਮਨ ਜਿਹੜਾ ਹੈਗਾ ਉਹ ਵਿਚਾਰ ਛੱਡੂਗਾ, ਤਰੰਗਾਂ ਛੱਡੂਗਾ, ਤੇ ਉਹਦੇ ਨਾਲ ਜਿਹੜਾ ਹੈਗਾ ਮਨ ਦੀ ਪਾਵਰ ਵਧੇਗੀ। ਤਾਂ ਜਿਹੜਾ ਹੈਗਾ ਉਹਦੇ ਅੰਦਰ ਭੈੜੀ ਮੱਤ ਜਿਹੜੀ ਹੈਗੀ ਉਹਨੂੰ ਦੂਰ ਕਰਨ ਦਾ ਜਿਹੜਾ ਹੈਗਾ ਉਹਦੇ ਮਨ ਦੇ ਵਿੱਚ ਪਾਵਰ ਆਏਗੀ। ਜਪ ਜਪ ਤੁਧ ਨਿਰੰਕਾਰ ਭਰਮ ਭਉ ਖੋਵਣਾ, ਇਸ ਤਰੀਕੇ ਦੇ ਨਾਲ ਫਿਰ ਜਿਹੜਾ ਹੈਗਾ ਉਹ ਭਰਮ ਔਰ ਮਾਇਆ ਦਾ ਜਿਹੜਾ ਡਰ ਹੈਗਾ ਉਹ ਦੂਰ ਕਰ ਲੈਂਦਾ ਹੈ। ਜੋ ਤੇਰੇ ਰੰਗ ਰਤੇ ਸੇ ਜੋਨ ਨਾ ਜੋਵਣਾ, ਜਿਨ੍ਹਾਂ ਨੂੰ ਪਰਮੇਸ਼ਰ ਦਾ ਰੰਗ ਚੜ ਗਿਆ, ਜਿਹੜੇ ਭਗਤੀ ਕਰਦੇ ਆ, ਸ਼ਬਦ ਗਾਰੰਟੀ ਲੈ ਰਿਹਾ ਹੈ ਭਾਈ ਪੰਜਵੀਂ ਪਾਤਸ਼ਾਹੀ ਕਹਿੰਦੇ ਉਹਨਾਂ ਨੂੰ ਕਾਲ ਜਿਹੜਾ ਹੈਗਾ, ਧਰਮਰਾਜ ਜਿਹੜਾ ਹੈਗਾ ਜੂਨਾਂ ਦੇ ਵਿੱਚ ਨਹੀਂ ਜੋ ਸਕਦਾ ਭਾਈ। ਜੋ ਤੇਰੇ ਰੰਗ ਰਤੇ ਸੇ ਜੋਨ ਨਾ ਜੋਵਣਾ, ਜਿਨ੍ਹਾਂ ਦੇ ਅੰਦਰੋਂ, ਜਿਨ੍ਹਾਂ ਦੇ ਮਨ ਦੇ ਵਿੱਚ ਜਿਹੜਾ ਹੈਗਾ ਭਗਤੀ ਜਿਹੜੀ ਹੈਗੀ ਚਲੀ ਗਈ, ਉਹ ਜੂਨਾਂ ਦੇ ਵਿੱਚ ਨਹੀਂ ਜਾਂਦੇ। ਅੰਤਰ ਬਾਹਰ ਇੱਕ ਨੈਣ ਅਲੋਵਣਾ, ਔਰ ਫਿਰ ਉਹਨਾਂ ਨੂੰ ਜਿਹੜਾ ਹੈਗਾ ਅੰਦਰ ਬਾਹਰ ਹਰੇਕ ਦੇ ਵਿੱਚ ਜਿਹੜਾ ਹੈਗਾ, ਹਰੇਕ ਦੇ ਵਿੱਚ ਉਹ ਮਾਲਕ ਪਰਮਾਤਮਾ ਨਜ਼ਰ ਆਉਂਦਾ ਹੈ। ਕਿਸੇ ਨਾਲ ਜਿਹੜਾ ਹੈਗਾ ਧੋਖਾ ਨਹੀਂ ਕਰਦੇ, ਵਿਤਕਰਾ ਨਹੀਂ ਕਰਦੇ। ਹਾਂਜੀ ਗੁਰਕੀ ਸਾਹਿਬ। ਹਾਂਜੀ ਨਿਜਰ ਸਾਹਿਬ, ਦੇਖੋ ਕਹਿੰਦੇ ਨੇ ਕਿ ਪਹਿਲੀ ਗੱਲ ਤੇ ਕਹਿੰਦੇ ਜਪ ਜਪ ਤੁਧ ਨਿਰੰਕਾਰ, ਤੁਸੀਂ ਪ੍ਰਮਾਤਮਾ ਦੀ ਭਗਤੀ ਕਰੋ ਤੇ ਕੀ ਹੋਵੇਗਾ? ਭਰਮ ਤੇ ਭਉ ਜਿਹੜਾ ਹੈ ਉਹ ਤੁਸੀਂ ਉਸ ਤੋਂ ਮੁਕਤ ਹੋ ਜਾਓ। ਹਾਂ। ਫਿਰ ਅਗਲੇ ਬੰਨੇ ਕਹਿੰਦੇ ਜੋ ਤੇਰੇ ਰੰਗ ਰਤੇ ਸੋ ਜੋਨੀ ਨਾ ਜੋਵਣਾ। ਹਾਂ, ਜੂਨਾਂ 'ਚ ਨਹੀਂ ਜੋ ਸਕਦੇ। ਜਿਵੇਂ ਜਿਹੜਾ ਹੈਗਾ ਬਲਦਾਂ ਨੂੰ ਜੋ ਲੈਂਦੇ ਆਪਾਂ, ਜਿਹੜੇ ਹੈਗੇ ਖੇਤ ਦੇ ਵਿੱਚ ਜਾਂ ਟਾਂਗੇ ਦੇ ਵਿੱਚ ਘੋੜੇ ਨੂੰ ਜੋਤ ਲੈਂਦੇ ਆ, ਐਵੇਂ ਉਹ ਜਿਹੜਾ ਆਪਾਂ ਨੂੰ ਜਿਹੜਾ ਹੈਗਾ ਧਰਮਰਾਜ, ਕਦੀ ਕੁੱਤਾ, ਕਦੀ ਬਿੱਲਾ, ਕਦੀ ਕੁਛ, ਉਹ ਜੂਨਾਂ ਦੇ ਵਿੱਚ ਨਹੀਂ ਜੋ ਸਕੇਗਾ ਭਾਈ। ਹਾਂਜੀ ਵੀਰ। ਬਿਲਕੁਲ ਠੀਕ ਹੈ ਜੀ। ਕਹਿੰਦੇ ਜੋਨੀਆਂ ਤੋਂ ਮੁਕਤ ਹੋ ਜਾਓਗੇ। ਫਿਰ ਅਗਲੇ ਬੰਨੇ ਕੀ ਕਹਿ ਰਹੇ? ਅੰਦਰ ਬਾਹਰ ਇੱਕ ਨੈਣ ਅਲੋਵਣਾ, ਫਿਰ ਉਹ ਕਿਉਂਕਿ ਫਿਰ ਉਹਨੂੰ ਉਹਦੀ ਸਮਦ੍ਰਿਸ਼ਟੀ ਹੋ ਜਾਏਗੀ, ਔਰ ਉਹਨੂੰ ਅੰਦਰ ਬਾਹਰ, ਆਪਣੇ ਅੰਦਰ ਵੀ ਔਰ ਬਾਹਰ ਹਰੇਕ ਦੇ ਅੰਦਰ ਉਹੀ ਮਾਲਕ ਪਰਮਾਤਮਾ ਹੀ ਨਜ਼ਰ ਆਏਗਾ। ਬਿਲਕੁਲ ਠੀਕ ਹੈ ਜੀ। ਕਿਉਂਕਿ ਮਨ ਮੈਲੇ ਤੇ ਸਭ ਕੁਝ ਮੈਲਾ। ਮਨ ਜਦੋਂ ਸ਼ੁੱਧ ਹੋ ਗਿਆ, ਨਿਰਮਲ ਹੋ ਗਿਆ, ਤੇ ਫਿਰ ਅੰਦਰ ਬਾਹਰ ਦੇ ਵਿੱਚ ਉਹ ਸਰਬ ਇੱਕੋ ਹੀ ਚੀਜ਼ ਦਿਖਣਾ ਹੈ। ਬੁਰਾਈ ਖਤਮ ਹੋ ਜਾਣੀ ਨਿਜਲ ਸਾਹਿਬ, ਮਲੀਨਤਾ ਖਤਮ ਹੋ ਜਾਣੀ, ਸਮ ਬੁੱਧੀ ਹੋ ਜਾਣੀ, ਸਮ ਦ੍ਰਿਸ਼ਟੀ ਹੋ ਜਾਣੀ, ਸਾਰਾ ਕੁਝ ਸਮ ਹੋ ਜਾਣਾ। ਫਿਰ ਅਗਲੇ ਬੰਨੇ ਬੋਲੋ। ਜਿਨੇ ਪਛਾਤਾ ਹੁਕਮ ਤਿਨਹਿ ਕਦੇ ਨਾ ਰੋਵਣਾ, ਸ਼ਬਦ ਗਾਰੰਟੀ ਲੈ ਰਿਹਾ ਭਾਈ, ਜਿਨ੍ਹਾਂ ਨੇ ਮਾਲਕ ਨੇ ਮਨੁੱਖੀ ਜੂਨ ਦਿੱਤੀ ਆ, ਇਹਦਾ ਹੁਕਮ ਹੈ ਮਾਲਕ ਦਾ ਵੀ ਇਹਦੇ ਵਿੱਚ ਤੂੰ ਮੇਰੇ ਕੋਲ ਆ ਸਕਦਾ ਆ, ਤੂੰ ਮੈਨੂੰ ਮਿਲ, ਮੇਰੇ ਨਾਲ ਮੇਰੇ ਕੋਲ ਜਿਹੜਾ ਹੈਗਾ ਆਪਣੇ ਵਿਚਾਰ ਬੰਦ ਕਰਕੇ ਭਗਤੀ ਕਰਕੇ ਤੂੰ ਮੇਰੇ ਕੋਲ ਆ ਜਾ।
ਇਹ ਹੁਕਮ ਆ ਮਾਲਕ ਦਾ। ਜਿਨ੍ਹਾਂ ਨੇ ਆ ਹੁਕਮ ਪਛਾਣ ਲਿਆ ਉਹ ਕਦੀ ਵੀ ਜਿਹੜੇ ਹੈਗੇ ਰੋਂਦੇ ਨਹੀਂ ਆ। ਮਨੁੱਖੀ ਜੂਨ ਜਿਹੜੀ ਹੈਗੀ ਚਲੇ ਜਾਏ, ਖੁੱਸ ਜਾਏ, ਤੇ ਫਿਰ ਪਛਤਾਉਂਦੇ ਨਹੀਂ ਹੈਗੇ। ਨਾਉ ਨਾਨਕ ਬਖਸ਼ੀਸ਼ ਮਨ ਮਾਹੇ ਪਰੋਵਣਾ। ਔਰ ਇਹ ਮਾਲਕ ਪਰਮਾਤਮਾ ਦੀ ਬਖਸ਼ਿਸ਼ ਹੈਗੀ ਭਾਈ, ਨਾਮ ਪਦਾਰਥ। ਔਰ ਉਹ ਜਿਹੜੇ ਹੈਗੇ ਇਹਨੂੰ ਆਪਣੇ ਮਨ ਦੇ ਵਿੱਚ ਪਰੋ ਲੈਂਦੇ ਆ ਬਈ ਮੈਂ ਜਿਹੜਾ ਹੈਗਾ ਇਹ ਨਾਮ ਪਦਾਰਥ ਜਿਹੜਾ ਹੈਗਾ ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਜਿਹੜਾ ਹੈਗਾ ਇਹਨੂੰ ਮੈਂ ਜਿਹੜਾ ਹੈਗਾ ਪ੍ਰਗਟ ਕਰਨਾ ਹੀ ਕਰਨਾ ਹੈਗਾ। ਉਹਨਾਂ ਨੇ ਮਨ ਦੇ ਵਿੱਚ ਪਰੋ ਲਿਆ, ਮਨ ਦੇ ਵਿੱਚ ਜਿਹੜਾ ਹੈਗਾ ਉਹਨਾਂ ਨੇ ਧਾਰ ਲਿਆ ਵੀ ਮੈਨੂੰ ਆਹ ਚੀਜ਼ ਚਾਹੀਦੀ ਆ। ਜਿਹੜੀ ਚੀਜ਼ ਆਪਣੇ ਮਨ ਦੇ ਵਿੱਚ ਆ ਜਾਏ ਆਪਾਂ ਉਸ ਦੇ ਵਾਸਤੇ ਹੀ ਸਵਾਸ ਲਗਾਉਂਦੇ ਆ, ਉਸ ਦੇ ਵਾਸਤੇ ਹੀ ਆਪਾਂ ਜਿਹੜੇ ਹੈਗੇ ਆ ਜੇ ਜਿੰਨਾ ਜਿਹੜਾ ਉਹਦੀ ਖਿੱਚ ਹੋਏਗੀ ਓਨਾ ਜਿਹੜਾ ਹੈਗਾ ਆਪਾਂ ਵੱਧ ਤੋਂ ਵੱਧ ਜਿਹੜਾ ਸਮਾਂ ਆਪਾਂ ਉਹਨੂੰ ਦਿੰਦੇ ਹਾਂ। ਹਾਂਜੀ ਵੀਰ ਜੀ ਬਿਲਕੁਲ ਠੀਕ ਹੈ ਜੀ। ਹੁਣ ਉਹ ਕਹਿ ਰਹੇ ਨੇ ਕਿ ਨਾਉ ਨਾਨਕ ਬਖਸ਼ੀ ਮਨ ਮਾਹੇ ਪਰੋਵਣਾ। ਤੇ ਫਿਰ ਕਿੱਥੇ ਕਹਿੰਦੇ ਨੇ ਕਿ ਰੋਣਾ ਨਹੀਂ। ਕਈ ਵਾਰੀ ਬੰਦੇ ਰੋਂਦੇ ਆ ਨਾ ਕਿ ਮੈਂ ਏਦਾਂ ਕਿਉਂ ਨਹੀਂ ਕੀਤਾ। ਕਹਿੰਦੇ ਫਿਰ ਜਿਹੜੇ ਬੰਦੇ ਮੌਕਾ ਸਾਂਭ ਲੈਂਦੇ, ਜੀਵਨ ਦਾ ਆਪਣੇ ਦਾ ਮਕਸਦ ਸਮਝਦੇ ਆ, ਫਿਰ ਪਛਤਾਉਂਦੇ ਨਹੀਂ ਉਹ। ਬਿਲਕੁਲ। ਤੇ ਜਿਹੜੇ ਬੰਦੇ ਨਹੀਂ ਸਮਝ ਰਹੇ ਇਸ ਚੀਜ਼ ਨੂੰ, ਉਹ ਭੇਦ ਨੂੰ ਨਹੀਂ ਸਮਝ ਰਹੇ, ਗ੍ਰੰਥਾਂ ਦੇ ਉੱਪਰ ਧਿਆਨ ਨਹੀਂ ਦੇ ਰਹੇ, ਕਹਿ ਨਹੀਂ ਗਏ ਗ੍ਰੰਥਾਂ 'ਚ ਕੀ ਲਿਖਿਆ, ਗ੍ਰੰਥ ਕੀ ਕਹਿਣਾ ਚਾਹੁੰਦੇ ਆ, ਨਹੀਂ ਬੰਦਾ ਧਿਆਨ ਦਿੰਦਾ। ਆਪਣੀ ਮਰਜ਼ੀ ਨਾਲ ਬੇਵਕੂਫੀ ਨਾਲ ਜੀਵਨ ਬਤੀਤ ਕਰਦੇ ਨੇ। ਸਹੀ ਤੇ ਗਲਤ ਦੇ ਵਿੱਚ ਕੋਈ ਵਿਚਾਰ ਨਹੀਂ ਕਰਦੇ, ਤੱਤ ਗਿਆਨ ਪ੍ਰਾਪਤ ਨਹੀਂ ਕਰਦੇ। ਆਪਣਾ ਜੀਵਨ ਦਾ ਸਾਰਾ ਸਮਾਂ ਫਾਲਤੂ ਦੀਆਂ ਚੀਜ਼ਾਂ 'ਚ, ਉਹਨਾਂ ਬਕਵਾਸ ਵਾਲੀਆਂ ਚੀਜ਼ਾਂ 'ਚ ਵੇਸਟ ਕਰ ਦਿੰਦੇ ਆ ਜਿਹੜੀਆਂ ਚੀਜ਼ਾਂ ਨਾਲ ਹੀ ਨਹੀਂ ਜਾਂਦੀਆਂ। ਜਿਨ੍ਹਾਂ ਲਈ ਸਾਰਾ ਜੀਵਨ ਨਸ਼ਟ ਕੀਤਾ ਉਹਨਾਂ ਨੇ ਕੋਈ ਕਦਰ ਨਹੀਂ ਪਾਈ। ਉਹਨਾਂ ਤੁਹਾਨੂੰ 2 ਦਿਨ ਰੋਟੀ ਨਹੀਂ ਖਵਾਉਣੀ, 2 ਦਿਨ ਖੰਘ ਕੇ ਵੇਖ ਲਿਓ, ਤੁਹਾਡੇ ਤੇ ਲੋਕਾਂ ਨਾਰਾਜ਼ ਹੋ ਜਾਣਾ। ਬਿਲਕੁਲ। ਉਹਨਾਂ ਨੇ ਕਹਿਣਾ ਕਿ ਬਈ ਤੁਸੀਂ ਇਹਦਾ ਮੰਜਾ ਚੱਕ ਕੇ ਬਾਹਰ ਸੁੱਟੋ, ਇਹ ਕੀ ਹੋਏ ਰੌਲਾ ਪਾਇਆ ਨੇ, ਸਾਨੂੰ ਡਿਸਟਰਬ ਕਰੀ ਜਾਂਦੇ ਆ। ਸਮਾਂ ਨਹੀਂ ਹੈਗਾ ਕਿਸੇ ਦੇ ਕੋਲ ਤੁਹਾਨੂੰ 2-4 ਦਿਨ ਕੋਈ ਦਵਾਈ ਦਵਾ ਲਿਆਵੇ। ਕਿਹੜੀ ਗੱਲਾਂ ਕਰਦੇ, ਧੀਆਂ ਪੁੱਤਾਂ ਦੀਆਂ ਗੱਲਾਂ ਕਰਦੇ। ਉਹ 2-4 ਦਿਨ 5-6 ਦਿਨ ਉਹ ਤੇ ਬੰਦਾ ਜੱਗਾ ਫਸਿਆ ਫਸਾਇਆ ਤੁਰਿਆ ਜਾਂਦਾ। ਮੁੜ ਕੇ ਤੇ ਉਹਦਾ ਰੂਪ ਵੇਖੋ ਅੰਦਰੋਂ ਕਿੰਨਾ ਦੁਖੀ ਹੈ, ਕਿੰਨਾ ਮੇਰੀ ਦਿਹਾੜੀ ਖਰਾਬ ਹੋ। ਉਹਨੇ ਭੁੱਲ ਭੱਲ ਜਾਣਾ ਕਿ ਮੈਨੂੰ ਇੱਥੇ ਮੋਢਿਆਂ ਦੇ ਚੁੱਕ ਕੇ ਪਤਾ ਨਹੀਂ ਕਿੱਦਾਂ ਵਿਚਾਰੇ ਨੇ ਫੀਸਾਂ ਫੂਸਾਂ ਤਾਰੀਆਂ, ਮੈਨੂੰ ਇੰਜੀਨੀਅਰ, ਮੈਨੂੰ ਡਾਕਟਰ ਬਣਾਇਆ। ਉਹ ਕਹਿੰਦਾ ਮੈਂ ਤੇ ਰੱਬ ਤੋਂ ਡਿੱਗਿਆ, ਉਹਨੇ ਤੁਹਾਨੂੰ ਮੰਨਣਾ। ਸਭ ਭੁੱਲ ਭੱਲ ਜਾਣਾ। ਉਹ ਇੱਕ ਤੇ ਹੁੰਦਾ ਨਾ ਮਾੜਾ ਮੋਟਾ ਅਹਿਸਾਨਮੰਦ ਹੁੰਦਾ ਬੰਦਾ, ਉਹਨੇ ਅਹਿਸਾਨ ਵੀ ਨਹੀਂ ਤੁਹਾਡਾ ਮੰਨਣਾ ਕਿ ਮੈਨੂੰ ਤੁਸੀਂ ਪੜਾਇਆ। ਉਲਟਾ ਤੁਹਾਡੇ ਨਾਰਾਜ਼ ਹੋਣਾ ਉਹਨੇ ਕਿ ਮੈਨੂੰ ਜੰਮ ਕੇ ਮੇਰੇ ਤੇ ਬੜਾ ਵੱਡਾ ਬੋਝ ਪਾਤਾ। ਤੇ ਮੇਜਰ ਸਾਹਿਬ ਬਿਲਕੁਲ ਸਹੀ ਗੱਲ ਹੈ ਜੀ, ਬਿਲਕੁਲ ਸਹੀ ਗੱਲ ਹੈ। ਇਹ ਸੱਚ ਹੈ। ਇਹ ਦੁਨੀਆ ਏਦਾਂ ਦੀ ਦੁਨੀਆ, ਇਹਦੇ ਡਾਂਗਾਂ ਪੈਂਦੀਆਂ ਬੰਦੇ ਨੂੰ, ਬੰਦਾ ਫਿਰ ਵੀ ਨਹੀਂ ਹਟਦਾ ਇੱਥੋਂ। ਸੋ ਇਹ ਗੱਲਾਂ ਬਾਤਾਂ ਨੇ। ਇਸ ਕਰਕੇ ਕਹਿੰਦੇ ਕਿ ਐਵੇਂ ਨਾ ਔਖੇ ਹੋਵੋ, ਉਹਨਾਂ ਕੁ ਕੁਝ ਕਰੋ ਜਿੰਨਾ ਕੁ ਤੁਸੀਂ ਕਰ ਸਕਦੇ ਜੋ, ਕਿਉਂਕਿ ਮੁੜ ਕੇ ਰੋਵੋਗੇ, ਫਾਇਦਾ ਨਹੀਂ ਹੈਗਾ, ਫਾਇਦਾ ਨਹੀਂ ਹੈਗਾ। ਮੋਹ 'ਚ ਆ ਕੇ ਆਪਣਾ ਜੀਵਨ ਜਿਹੜਾ ਨਸ਼ਟ ਨਹੀਂ ਕਰਨਾ। ਇਸ ਲਈ 24 ਘੰਟਿਆਂ ਚੋਂ ਕੁਝ ਸਮਾਂ ਆਪਣੇ ਆਪ ਨੂੰ ਦੇਵੋ। ਇਹ ਨਾ ਹੋਵੇ ਕਿ ਗਧਾ ਜੂਨੀ ਬਤੀਤ ਕਰੋ, ਸਾਰੀ ਜ਼ਿੰਦਗੀ ਬੋਝ ਚੁੱਕਿਆ, ਮੁੜ ਕੇ ਆਊਟਪੁੱਟ ਨਹੀਂ ਨਿਕਲਦਾ। ਆਊਟਪੁੱਟ ਉਦਾਂ ਦਾ ਨਹੀਂ ਨਿਕਲੇਗਾ ਜਿੱਦਾਂ ਦਾ ਨਿਕਲਣਾ ਚਾਹੀਦਾ ਸੀ, ਕੁਝ ਹੋਰ ਤਰੀਕੇ ਦਾ ਆਊਟਪੁੱਟ ਨਿਕਲੇਗਾ। ਇਸ ਕਰਕੇ ਜ਼ਿੰਦਗੀ ਦੇ ਵਿੱਚ ਹਮੇਸ਼ਾ ਕੁਝ ਪਲ ਜਿਹੜੇ ਨੇ ਉਹ ਆਪਣੇ ਲਈ ਬਤੀਤ ਕਰੋ, ਆਪਣੀ ਸਿਹਤ ਦਾ ਧਿਆਨ ਰੱਖੋ, ਆਪਣੇ ਮਨ ਦੀ ਸ਼ਾਂਤੀ ਲਈ ਭਗਤੀ ਕਰੋ। ਜੀਵਨ ਦਾ ਮਕਸਦ ਲੱਭਣਾ ਬੜਾ ਜ਼ਰੂਰੀ ਕਿ ਮੈਂ ਕੌਣ ਆ, ਇੱਥੇ ਕੀ ਕਰਦਾ ਫਿਰਦਾ ਪਿਆ, ਮੈਂ ਕਿੱਥੋਂ ਆਇਆ, ਮੈਂ ਜਾਣਾ ਕਿੱਥੇ ਆ। ਇਹ ਸਾਰਾ ਕੁਝ ਇੰਨਾ ਪਰਫੈਕਟ ਕਿਉਂ ਆ? ਇਹ ਮਤਲਬ ਇੱਥੇ ਗਲਤੀ ਕਿਉਂ ਨਹੀਂ ਹੈਗੀ ਸ੍ਰਿਸ਼ਟੀ ਦੇ ਵਿੱਚ? ਇਹ ਸਵਾਲ ਨੇ। ਫਿਰ ਜਿਗਿਆਸਾ ਜਾਗੇ ਅੰਦਰ ਕਿ ਹਾਂ ਇਹ ਗ੍ਰੰਥਾਂ 'ਚ ਕੀ ਲਿਖਿਆ ਹੈ। ਗ੍ਰੰਥਾਂ 'ਚ ਜੋ ਲਿਖਿਆ ਹੈ ਕਿ ਸੱਚਮੁੱਚ ਮੈਂ ਉਸੇ ਤਰ੍ਹਾਂ ਜੀਵਨ ਬਤੀਤ ਕਰ ਰਿਹਾ, ਮੈਂ ਉਹ ਪਰਮਾਤਮਾ ਦੀ ਭਗਤੀ ਕੀਤੀ, ਉਹਦੇ ਲਈ ਕੁਝ ਆਪਣੇ ਜੀਵਨ ਦੇ ਵਿੱਚ ਕੁਝ ਹਿੱਸਾ ਦਿੱਤਾ ਹੈ। ਜੋ ਮੇਨ ਸਵਾਲ ਸੀ ਕਿਤੇ ਉਸੇ ਤਰ੍ਹਾਂ ਖਲੋਤਾ ਤੇ ਨਹੀਂ ਪਿਆ, ਕਿ ਲੋਕਾਂ ਦੇ ਕਹੇ ਅਨੁਸਾਰ ਜੀਵਨ ਤੇ ਨਹੀਂ ਬਤੀਤ ਕਰ ਰਿਹਾ। ਮੇਰਾ ਆਪਣਾ ਵੀ ਉੱਥੇ ਕੋਈ ਅਨੁਭਵ ਹੈਗਾ ਹੈ, ਤੇ ਜੇ ਨਹੀਂ ਹੈਗਾ ਤੇ ਫਿਰ ਉਹਨੂੰ ਪ੍ਰਾਪਤ ਕਰਨਾ ਜ਼ਰੂਰੀ। ਅੱਜ ਦੀ ਵਿਚਾਰੇ ਇੱਥੇ ਸਮਾਪਤ ਨੇ ਜਰ ਸਾਹਿਬ। ਹਾਂਜੀ ਵੀਰ ਜੀ, ਬਹੁਤ ਵਧੀਆ। ਜੀ ਅਰਦਾਸ ਕਰਦੇ ਮਨ ਨੀਰ ਵਿਚਾਰ ਹੋ ਜੇ। ਹਾਂਜੀ ਜ਼ਰੂਰ ਜ਼ਰੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੋਰ ਪਰਮਜੀਤ ਜੀ। ਹਾਂਜੀ ਵੀਰ ਜੀ, ਬਹੁਤ ਵਧੀਆ ਜੀ। ਵੀਰ ਜੀ, ਸਾਰੀ ਸੰਗਤ ਦੀ ਅਰਦਾਸ ਕਰਿਓ ਜੀ। ਸਾਰੀ ਸੰਗਤ, ਜਿਸ ਤਰ੍ਹਾਂ ਅਸੀਂ 3 ਸਾਲ ਹੋ ਗਏ ਹੋਣੇ ਮੇਰੇ ਖਿਆਲ ਚ, ਰੱਖੜੀ ਦੇ ਦਿਨਾਂ ਚ ਸ਼ੁਰੂਆਤ ਕੀਤੀ ਸੀ ਆਪਾਂ। 2 ਸਾਲ ਹੋ ਗਏ। ਹਾਂਜੀ। ਜਿਸ ਤਰ੍ਹਾਂ ਹੁਣ ਜੁੜੇ ਹੋਏ ਆ, ਇਸੇ ਤਰ੍ਹਾਂ ਹੀ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਜੁੜੇ ਰਹੀਏ ਤੇ ਪ੍ਰਮਾਤਮਾ ਸਾਰੀ ਸੰਗਤ ਨੂੰ ਬਲ ਬਖਸ਼ੇ, ਹਿੰਮਤ ਬਖਸ਼ੇ ਔਰ ਚਲਾਈ ਚੱਲੇ। ਮੰਜ਼ਿਲ ਦੀ ਕੋਈ ਟੈਨਸ਼ਨ ਨਹੀਂ ਹੈ, बस बाह फड़ी रखे। वो गल ना हो जाए कि रुलते फिरते कोई बात ना पूछता। बस वीर जी अरदास रोज कर दिया करो सारी संगत के वास्ते। इन्ना की बेनती सी जी, प्रवान करियो, अरदास कर दियो। वाहिगुरू जी वाहिगुरू जी की फतेह जी। एक ओंकार सतनाम करता पुरख निरभाओ निरवैर अकाल मूरत आजूनी सहबं गुर प्रसाद। ਇਹ ਮੇਰੇ ਪਿਤਾ ਗਰੀਬ ਨਵਾਜ਼ ਬਾਣੀ ਪੜ੍ਹਦੇ ਹਾਂ, ਵਿਚਾਰ ਕਰਦੇ ਹਾਂ, ਬਾਣੀ ਸਰਵਣ ਕਰਦੇ ਹਾਂ। ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਅਤੇ ਗਲਤੀਆਂ ਹੋ ਗਈਆਂ। ਨਿਦਾਨ ਬੱਚੇ ਸਮਝ ਕੇ ਮਾਫ ਕਰੋ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ। ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ ਮੇਰੇ ਮਨ। ਮੇਰੇ ਪਿਤਾ ਜੀ, ਅਸੀਂ ਆਪ ਜੀ ਦੇ ਬਹੁਤ ਧੰਨਵਾਦੀ ਹਾਂ। ਆਪ ਇਸੇ ਤਰ੍ਹਾਂ ਹੀ ਆਪਣੀ ਸੰਗਤ ਬਖਸ਼ੋ, ਸਾਨੂੰ ਇਸ ਅਗਿਆਨ ਤੋਂ, ਇਸ ਭਰਮ ਤੋਂ, ਇਸ ਅਵਿਦਿਆ ਤੋਂ ਮੁਕਤ ਕਰੋ। ਆਪਣਾ ਨਾਮਦਾਨ ਬਖਸ਼ੋ ਮੇਰੇ ਮਾਲਿਕ। ਮੇਰੇ ਪਿਤਾ, ਇੱਕ ਤੇ ਅਰਦਾਸ ਆਈ ਹੈ, ਇਹ ਨਿੱਜੇ ਸਾਹਿਬ ਜੀ ਦੀ ਸਿਹਤ ਲਈ ਅਰਦਾਸ ਹੈ। ਮੇਰੇ ਪਿਤਾ ਮਿਹਰ ਕਰੋ। ਇੱਕ ਮਾਤਾ ਜੀ ਦੇ ਲਈ, ਉਹਨਾਂ ਨੇ ਆਪਰੇਸ਼ਨ ਕਰਾਉਣਾ ਹੈ। ਆਪ ਉਹਨਾਂ ਨੂੰ ਤੰਦਰੁਸਤੀ ਬਖਸ਼ੋ। ਜਿਸ ਤਰ੍ਹਾਂ ਪਹਿਲਾ ਆਪਰੇਸ਼ਨ ਸਫਲ ਹੋ ਗਿਆ, ਉਸੇ ਤਰ੍ਹਾਂ ਜੋ ਵੀ ਆਪਰੇਸ਼ਨ ਹੈ, ਮੇਰੇ ਪਿਤਾ ਆਪ ਨੇ ਸਾਡੀ ਬੇਨਤੀ ਕਬੂਲ ਕਰਨੀ। ਇਹਨਾਂ ਨੂੰ ਸਫਲ ਕਰੋ। ਇਹਨਾਂ ਦਾ ਜੀਵਨ ਜੋ ਹੈ, ਤਾਂ ਜੋ ਹੋਰ ਤਰ੍ਹਾਂ ਜਿਹੜਾ ਜੀਵਨ ਹੈ ਹੋ ਜੇ, ਸੁੱਖ ਆ ਜੇ, ਦਿਨ ਰੋਕਤਾ ਆਵੇ ਤੇ ਸੇਵਾ ਪੂਰੀ ਤਰ੍ਹਾਂ ਕਰਨ। ਇੱਕ ਮੇਰੇ ਪਿਤਾ ਹੋਰ ਅਰਦਾਸ ਹੈ ਗਗਨ ਕੌਰ ਦੀ। ਉਹ ਕਹਿੰਦੇ ਨੇ ਕਿ ਇਹ ਧਿਆਨ ਸਿਮਰਨ ਦੇ ਵਿੱਚ ਮੇਰਾ ਧਿਆਨ ਇਕਾਗਰ ਹੋਵੇ। ਆਪ ਉਹਨਾਂ ਨੂੰ ਮਿਹਰ ਕਰੋ, ਉਹਨਾਂ ਤੇ ਆਸ਼ੀਰਵਾਦ ਬਣਾ ਕੇ ਰੱਖੋ। ਇੱਕ ਮੇਰੇ ਪਿਤਾ ਬਲਵਿੰਦਰ ਕੌਰ ਜੀ ਅਰਦਾਸ ਕਰਾ ਰਹੇ ਨੇ ਆਪਣੇ ਬੱਚੇ ਦੇ ਲਈ। ਉਹ ਕਹਿੰਦੇ ਨੇ ਕਿ ਉਹ ਬੱਚੇ ਦਾ ਜੋ ਕੰਮ ਹੈ ਉਹ ਪੂਰਾ ਹੋ ਜੇ, ਜੋ ਰੁਕਾਵਟ ਆ ਰਹੀ ਉਹ ਦੂਰ ਹੋ ਜੇ ਮੇਰੇ ਪਿਤਾ। ਇੱਕ ਮੇਰੇ ਪਿਤਾ ਜੀ ਸੁਖਵਿੰਦਰ ਜੀ, ਉਹ ਆਪਣੇ ਬੱਚੇ ਦੀ ਅਰਦਾਸ ਕਰਾ ਰਹੇ ਨੇ। ਉਹ ਬੱਚੇ ਦੇ ਸਰੀਰ 'ਚ ਕੋਈ ਕਸ਼ਟ ਆਇਆ, ਆਪ ਮਿਹਰ ਕਰੋ, ਉਹਨਾਂ ਨੂੰ ਤੰਦਰੁਸਤੀ ਬਖਸ਼ੋ, ਜੋ ਵੀ ਰੁਕਾਵਟ ਨੂੰ ਦੂਰ ਕਰੋ ਮੇਰੇ ਮਾਲਿਕ। ਤੇ ਮੇਰੇ ਪਿਤਾ ਆਪ ਜਾਣੀ ਜਾਣ ਜੋ ਕੋਸ਼ਿਸ਼ ਤੇ ਅਸੀਂ ਕਰਦੇ ਹਾਂ ਬਾਣੀ ਦੀ ਵਿਚਾਰ ਕਰਨ ਦੀ, ਪਰ ਤੁਹਾਡੇ ਆਸ਼ੀਰਵਾਦ ਤੋਂ ਬਿਨਾਂ ਕੋਈ ਵੀ ਕਾਰਜ ਜਿਹੜਾ ਮੇਰੇ ਪਿਤਾ ਉਹ ਅਸੀਂ ਕਰ ਨਹੀਂ ਸਕਦੇ। ਇਸ ਕਰਕੇ ਬੋਲੀਏ ਭਾਵੇਂ ਅਸੀਂ, ਆਪ ਹਮੇਸ਼ਾ ਸਾਡੇ ਅੰਗ ਸੰਗ ਰਹੋ। ਸਾਡੇ ਮੂੰਹ ਚੋਂ ਕੇਵਲ ਉਹ ਸ਼ਬਦ ਬਾਹਰ ਕਢਾਓ ਜੋ ਸਹੀ ਹੈ, ਜੋ ਗਲਤ ਹੈ ਮੇਰੇ ਪਿਤਾ ਉਹ ਸਾਡੇ ਮੂੰਹ ਚੋਂ ਨਾ ਕਢਾਓ। ਅਸੀਂ ਆਪ ਜੀ ਦੇ ਬਹੁਤ ਬਹੁਤ ਧੰਨਵਾਦੀ ਹਾਂ। ਆਪ ਜੀ ਸਾਨੂੰ ਹਰ ਦਿਨ ਆਪਣੇ ਚਰਨਾਂ ਦੇ ਵਿੱਚ ਸੰਗਤ ਬਖਸ਼ਦੇ ਜੋ, ਔਰ ਸਾਡੀ ਇਸ ਜੀਵਨ ਦੇ ਵਿੱਚੋਂ ਕੁਝ ਪਲ ਸਾਨੂੰ ਬਖਸ਼ ਰਹੇ ਜੋ। ਅਸੀਂ ਆਪ ਜੀ ਦੇ ਬਹੁਤ ਬਹੁਤ ਧੰਨਵਾਦੀ ਹਾਂ ਮੇਰੇ ਪਿਤਾ। ਔਰ ਤੇਰੀ ਮਿਹਰ ਤੋਂ ਬਿਨਾਂ ਮੇਰੇ ਪਿਤਾ ਇਹ ਕਾਰਜ ਨਹੀਂ ਹੋ ਸਕਦਾ। ਇਹ ਜਿਹੜੀ ਤੇਰੀ ਅਸੀਂ ਸੰਗਤ ਕਰਦੇ ਹਾਂ, ਤੇਰੇ ਨਾਮ ਦੀ ਚਰਚਾ ਕਰਦੇ ਹਾਂ, ਵਿਚਾਰ ਕਰਦੇ ਹਾਂ, ਮੇਰੇ ਪਿਤਾ ਤੇਰੇ ਆਸ਼ੀਰਵਾਦ ਤੋਂ ਬਿਨਾਂ ਇਹ ਕੰਮ ਤੇ ਬਿਲਕੁਲ ਨਹੀਂ ਹੋ ਸਕਦਾ। ਇਸ ਲਈ ਹਮੇਸ਼ਾ ਹੀ ਆਪ ਜੀ ਦੇ ਬਹੁਤ ਬਹੁਤ ਧੰਨਵਾਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਈ ਤੇ ਚੁੱਪ ਹੋ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ